ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਸਾਰੇ ਹੀ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਵੇਂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 7ਵੀਂ ਰਾਸ ਚੱਲ ਰਹੀ ਹੈ। ਕੱਲ੍ਹ ਦੇ ਪ੍ਰਸੰਗ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ। ਭਾਈ ਵਿਧੀ ਚੰਦ ਜੀ ਦਿਲਬਾਗ ਗੁਲਬਾਗ ਨਾਮੇ ਘੋੜੇ ਦੀ ਸੇਵਾ ਕਰਨ ਵਿੱਚ ਲੱਗੇ ਹਨ। ਕਿਲ੍ਹੇ ਅੰਦਰ ਪ੍ਰਵੇਸ਼ ਹੋ ਗਏ। ਯੁਕਤੀ ਦੇ ਨਾਲ ਸਾਰਿਆਂ ਦਾ ਵਿਸ਼ਵਾਸ ਜਿੱਤ ਲਿਆ। ਰਹਿੰਦਿਆਂ ਇੱਕ ਦਿਨ ਸੋਧੇ ਖਾਂ ਦਰੋਗਾ, ਜੋ ਕਿਲ੍ਹੇ ਦਾ ਦਰੋਗਾ ਹੈ, ਰਖਵਾਲੀ ਕਰਨ ਵਾਲਾ, ਉਸ ਨੂੰ ਕਿਹਾ ਕਿ ਜਿੰਨੇ ਵੀ ਪੌਰਦਾਰ ਹਨ, ਪਹਿਰੇਦਾਰ ਹਨ, ਸਭ ਨੂੰ ਕਹਿ ਦਿਓ, ਤਾਕੀਦ ਕਰ ਦਿਓ ਕਿ ਜਦੋਂ ਮੈਂ ਆਵਾਂ ਜਾਂ ਜਾਵਾਂ ਮੈਨੂੰ ਆਉਂਦਿਆਂ ਜਾਂਦਿਆਂ ਕੋਈ ਹਟਕੇ ਨਾ, ਕੋਈ ਰੋਕੇ ਨਾ। ਭਾਈ ਵਿਧੀ ਚੰਦ ਜੀ ਨੂੰ ਨਾਲ ਲੈ ਕੇ ਸੋਧੇ ਖਾਂ ਦਰੋਗਾ ਸਾਰੇ ਦਰਬਾਂਚੀਆਂ ਨੂੰ ਆਖ ਦਿੱਤਾ, ਇਹ ਖਾਸ ਬੰਦਾ ਹੈ, ਬਾਦਸ਼ਾਹ ਦਾ ਇਹ ਖਾਸ ਸੇਵਕ ਹੈ ਜੋ ਘੋੜਿਆਂ ਦੀ ਸੇਵਾ ਵਾਸਤੇ ਨਿਯੁਕਤ ਕੀਤਾ ਹੈ। ਜਦੋਂ ਮਰਜ਼ੀ ਆਵੇ ਜਾਵੇ, ਇਸ ਨੂੰ ਕਿਸੇ ਨੇ ਰੋਕਣਾ ਨਹੀਂ। ਫਿਰ ਭਾਈ ਵਿਧੀ ਚੰਦ ਜੀ ਗੁਰੂ ਸਾਹਿਬ ਜੀ ਦਾ ਸੱਚੇ ਪਾਤਸ਼ਾਹ ਜੀ ਦਾ ਘੋੜਾ ਜਾਣ ਕਰਕੇ ਚੰਗੀ ਤਰ੍ਹਾਂ ਤਨੋ ਮਨੋ ਸੇਵਾ ਕਰਦੇ ਹਨ ਔਰ ਚੰਗੀ ਤਰ੍ਹਾਂ ਮਾਲਿਸ਼ ਕਰਦੇ ਹਨ। ਹਰੇ ਹਰੇ ਧੂਪ ਘਾਹ ਖਵਾਉਂਦੇ ਹਨ। ਚੰਗੀ ਤਰ੍ਹਾਂ ਮਾਲਿਸ਼ ਕਰਕੇ ਘੋੜੇ ਦਾ ਸਰੀਰ ਚਮਕਾ ਦਿੱਤਾ। ਸੋਧੇ ਖਾਂ ਦਰੋਗੇ ਨੇ ਆ ਕੇ ਦੇਖਿਆ ਕਿ ਘੋੜੇ ਦਾ ਸਰੀਰ ਚਮਕ ਰਿਹਾ ਹੈ ਅਤੇ ਕਿਹਾ, ਹੁਣ ਬਾਹਰ ਤੁਸੀਂ ਘੱਟ ਹੀ ਜਾਇਆ ਕਰੋ ਘਾਹ ਲੈਣ ਵਾਸਤੇ, ਹੁਣ ਘੋੜੇ ਦੀ ਨਿਗਰਾਨੀ ਰੱਖੋ, ਚੰਗੀ ਤਰ੍ਹਾਂ ਸੇਵਾ ਕਰਿਆ ਕਰੋ। ਕਿਹਾ ਕਿ ਐ ਦਰੋਗਾ ਜੀ, ਮੇਰਾ ਤਾਂ ਕੰਮ ਹੀ ਇਹੀ ਹੈ, ਸੱਚੇ ਪਾਤਸ਼ਾਹ ਜੀ ਦੇ ਘੋੜਿਆਂ ਦੀ ਸੇਵਾ ਲਈ ਮੈਂ ਇੱਥੇ ਰਹਿ ਰਿਹਾ ਹਾਂ, ਤੁਸੀਂ ਚਿੰਤਾ ਨਾ ਕਰੋ। ਮੈਂ ਕੰਮ ਕਰਾਂ ਜਾਂ ਨਾ ਕਰਾਂ, ਬੈਠਾ ਰਹਾਂ ਜਾਂ ਕਿਤੇ ਬਾਹਰ ਤੁਰਨ ਫਿਰਨ ਜਾਵਾਂ, ਤੁਸੀਂ ਚਿੰਤਾ ਨਾ ਕਰੋ। ਮੇਰਾ ਚਿੱਤ ਸੱਚੇ ਪਾਤਸ਼ਾਹ ਦੇ ਘੋੜਿਆਂ ਵਿੱਚ ਲੱਗਿਆ ਹੋਇਆ ਹੈ। ਮੈਂ ਸੱਚੇ ਪਾਤਸ਼ਾਹ ਦੇ ਘੋੜਿਆਂ ਨੂੰ ਛੱਡ ਕੇ ਕਿਧਰੇ ਨਹੀਂ ਜਾਵਾਂਗਾ, ਤੁਸੀਂ ਨਿਸ਼ਚਿੰਤ ਰਹੋ। ਭਾਈ ਵਿਧੀ ਚੰਦ ਜੀ ਵੱਲੋਂ ਸਾਰੇ ਨਿਸ਼ਚਿੰਤ ਹੋ ਗਏ, ਪਹਿਰੇਦਾਰ ਵੀ, ਕਿਉਂਕਿ 10 ਬੰਦਿਆਂ ਦਾ ਕੰਮ ਇਕੱਲਾ ਭਾਈ ਵਿਧੀ ਚੰਦ ਜੀ ਕਰ ਰਹੇ ਹਨ। ਉਹਨਾਂ ਨੂੰ ਬੜਾ ਆਰਾਮ ਹੋ ਗਿਆ ਕਿ ਸਾਨੂੰ ਕੰਮ ਨਹੀਂ ਕਰਨਾ ਪੈਂਦਾ, ਸਾਡਾ ਕੰਮ ਭਾਈ ਵਿਧੀ ਚੰਦ ਕਰ ਦਿੰਦਾ। ਸਾਰੇ ਪਹਿਰੇਦਾਰ ਵੀ ਖੁਸ਼ ਹਨ, ਸੇਵਕ ਵੀ ਪ੍ਰਸੰਨ ਹਨ, ਸੋਧੇ ਖਾਂ ਦਰੋਗਾ ਅਤੀ ਪ੍ਰਸੰਨ ਹੈ। ਸੋ ਇਸ ਤਰ੍ਹਾਂ ਭਾਈ ਵਿਧੀ ਚੰਦ ਜੀ ਸੇਵਾ ਕਰ ਰਹੇ ਹਨ ਔਰ ਦਾਵ ਵਿਚਾਰਦੇ ਹਨ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੇ ਘੋੜੇ ਨੂੰ ਲੈ ਕੇ
ਬਾਹਰ ਨਿਕਲਾਂ ਔਰ ਸੱਚੇ ਪਾਤਸ਼ਾਹ ਜੀ ਦੇ ਪਾਸ ਮੈਂ ਪਹੁੰਚ ਜਾਵਾਂ। ਸੋ ਇਹ ਵਿਚਾਰਾਂ ਚੱਲ ਰਹੀਆਂ ਸਨ ਅੱਜ ਦੇ ਪ੍ਰਕਰਨ ਅੰਦਰ। ਜਿਸ ਤਰ੍ਹਾਂ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਸਾਵਧਾਨ ਇਕਾਗਰਚਿਤ ਹੋ ਕਰਕੇ ਅਗਲੀ ਕਥਾ ਸਰਵਣ ਕਰੀਏ। ਇਸ ਤੋਂ ਪਹਿਲਾਂ ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸਰਬ ਸਰਾਹੈ ਆਛੋ ਆਛੋ। ਸੋ ਸਾਧ ਸੰਗਤ ਜੀ, ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਜਿਤਨੇ ਵੀ ਸੇਵਕ ਹਨ ਕਿਲੇ ਦੇ ਅੰਦਰ ਘੋੜਿਆਂ ਦੀ ਸੇਵਾ ਵਾਸਤੇ ਬਾਦਸ਼ਾਹ ਨੇ ਨਿਯੁਕਤ ਕੀਤੇ ਹਨ। ਸੌਦੇ ਖਾਂ ਦਰੋਗੇ ਤੋਂ ਇਲਾਵਾ ਸਾਰੇ ਹੀ ਚੰਗਾ ਚੰਗਾ ਕਹਿੰਦੇ ਹਨ ਭਾਈ ਬਿਧੀ ਚੰਦ ਜੀ ਨੂੰ। ਰਹਿਨ ਕਸੇਰੇ ਕੋ ਸੁਭ ਬਾਛੋ। ਔਰ ਕਸੇਰੇ ਭਾਈ ਬਿਧੀ ਚੰਦ ਜੀ ਦਾ ਰਹਿਣਾ ਸਭ ਨੂੰ ਭਾਉਂਦਾ ਚੰਗਾ ਲੱਗਦਾ ਹੈ। ਕਬ ਕਾ ਦੇਨ ਰੁਕਾ ਜੈ ਕਰਵੇ। ਔਰ ਕਬ ਕਾ ਲਗਾਮ ਦੇਣੀ ਤੇ ਕਾਜੇ ਕਰਨਾ, ਮਸਾਲਾ ਦੇਣਾ ਆਦਿਕ। ਕਾਜ ਸੰਭਾਰਤ ਭਾਜਬ ਸਰਬੇ। ਜਦੋਂ ਭਾਈ ਬਿਧੀ ਚੰਦ ਜੀ ਨੇ ਸਾਰਾ ਕੰਮ ਸਾਂਭ ਲਿਆ, ਲੈਨ ਦੂਰ ਬਾਬਾ ਹਰ ਗਇਓ। ਇੱਕ ਦਿਨ ਦੂਰਬਾ ਘਾਹ ਲੈਣ ਵਾਸਤੇ ਬਾਹਰ ਗਏ। ਇੱਕ ਖਿੰਗਰ ਤਬ ਆਨਤ ਭਇਓ। ਇੱਕ ਖਿੰਗਰ ਪੱਥਰ ਬਾਹਰੋਂ ਲਿਆਉਣਾ ਕੀਤਾ। ਦਿਨ ਤ੍ਰਿਣ ਗਨ ਮਹਿ ਰਾਖ ਛਪਾਈ। ਔਰ ਦਿਨੇ ਘਾਹ ਵਿੱਚ ਉਹ ਖਿੰਗਰ ਪੱਥਰ ਛਿਪਾ ਕੇ ਰੱਖਿਆ। ਭਈ ਜਾਮਨੀ ਅਰਧ ਲਖਾਈ। ਜਦੋਂ ਅੱਧੀ ਰਾਤ ਬਤੀਤ ਹੋਈ, ਜਾਣਿਆ ਕਿ ਹੁਣ ਅੱਧੀ ਰਾਤ ਦਾ ਸਮਾਂ ਹੋ ਗਿਆ ਹੈ। ਕਰ ਬਾਹਨ ਬਲ ਬੇਗ ਬਗਾਇਓ। ਆਪਣੇ ਬਾਹਾਂ ਦੇ ਬਲ ਕਰਕੇ ਔਰ ਭਗਾ ਕੇ ਨਦੀ ਵਿੱਚ ਸਿੱਟਿਆ। ਭਰਿਓ ਨਦੀ ਮਹਿ ਜਲ ਉਛਲਾਇਓ। ਜਦੋਂ ਪੱਥਰ ਨਦੀ ਵਿੱਚ ਪਿਆ, ਛਪਾਕ ਦੀ ਆਵਾਜ਼ ਹੋਈ, ਬਹੁਤ ਉੱਚੀ ਆਵਾਜ਼ ਹੋਈ ਪੱਥਰ ਡਿੱਗਣ ਦੀ। ਸ਼ਬਦ ਬਿਲੰਦ ਦੁਰਗ ਮਹਿ ਸੁਨਿਓ। ਉਸ ਆਵਾਜ਼ ਨੂੰ ਕਿਲੇ ਵਿੱਚ ਸਾਰਿਆਂ ਨੇ ਸੁਣਿਆ। ਜਾਗੇ ਸੁਪਤ ਸੋਰ ਕੋ ਭਨਿਓ। ਸ਼ੋਰ ਹੋਣ ਕਰਕੇ ਸਾਰੇ ਸੁੱਤੇ ਹੋਏ ਪਹਿਰੇਦਾਰ ਜਾਗ ਪਏ। ਇਕਤ ਪਾਹਰੂ ਜਾਰ ਮਸਾਲਾ। ਕਈ ਤਾਂ ਪਹਿਰੇਦਾਰ ਮਸਾਲਾ ਜਗਾ ਕਰਕੇ ਕੋ ਜਲ ਮਹਿ ਬੜ ਸ਼ਬਦ ਉਠਾਲਾ। ਕਿਹੜਾ ਜਲ ਵਿੱਚ ਨਦੀ ਵਿੱਚ ਪ੍ਰਵੇਸ਼ ਹੋ ਕਰਕੇ ਇੰਨਾ ਭਿਆਨਕ ਸ਼ਬਦ ਉਠਾਇਆ ਹੈ। ਖੋਜ ਰਹੇ ਪਾਇਓ ਕੁਛ ਨਾਹੀ। ਸਾਰੇ ਪਹਿਰੇਦਾਰ ਮਸਾਲਾ ਲੈ ਕੇ ਚਾਰੇ ਪਾਸੇ ਦੇਖਦੇ ਹਨ ਪਰ ਕੁਝ ਪਤਾ ਨਹੀਂ ਲੱਗਿਆ। ਕਹ ਪਹਰੂ ਆਪਸ ਮਾਹੀ। ਸਾਰੇ ਪਹਿਰੇਦਾਰ ਆਪਸ ਵਿੱਚ ਇਉਂ ਕਹਿੰਦੇ ਹਨ, ਕੋ ਜਲ ਜੰਤ ਮਛ ਤੇ ਆਦ। ਕੋਈ ਜਲ ਜੰਤੂ ਹੋਵੇਗਾ ਜਾਂ ਮਗਰਮੱਛ ਹੋਵੇਗਾ। ਨੀਰ ਉਛਾਲ ਉਠਾਇਓ ਨਾਦ। ਔਰ ਜਿਸ ਨੇ ਜਲ ਜੰਤੂ ਨੇ ਜਾਂ ਮਗਰਮੱਛ ਨੇ ਇਹ ਪਾਣੀ ਉਛਾਲਿਆ, ਸ਼ਬਦ ਸ਼ੋਰ ਕੀਤਾ ਹੈ। ਸਾਹੋ ਜਹਾਂ ਸਹਿ ਬੇਗਮ ਜਾਗਾ। ਬਾਦਸ਼ਾਹ ਸ਼ਾਹਜਹਾਂ ਬੇਗਮ ਦੇ ਸਹਿਤ ਜਾਗ ਪਿਆ ਅੱਧੀ ਰਾਤ ਨੂੰ। ਰੋਰਾ ਪਰਿਓ ਸੁਣਨ ਸਭ ਲਾਗਾ। ਰੌਲਾ ਪਿਆ, ਸਾਰੇ ਸੁਣਨ ਲੱਗੇ। ਸਰਬ ਦੁਰਗ ਮਹਿ ਹਵੈ ਕਰ ਰੋਰਾ। ਸਾਰੇ ਕਿਲੇ ਦੇ ਅੰਦਰ ਬਹੁਤ ਰੌਲਾ ਪੈ ਗਿਆ। ਨਹਿ ਕੁਛ ਲਖਿਓ ਪਰ ਨਿਜ ਠੋਰਾ। ਸਭ ਆਪੋ ਆਪਣੀ ਥਾਂ ਤੇ ਮੁਸਤੈਦ ਹੋ ਕੇ ਦੇਖਣ ਲੱਗੇ ਪਰ ਕਿਸੇ ਨੂੰ ਕੁਝ ਪਤਾ ਨਾ ਲੱਗਿਆ। ਕੇਤਕ ਕਹਿਤ ਕਿੰਗਰਾ ਚਾਹਿਓ। ਔਰ ਕਿਸੇ ਨੇ ਕਿਹਾ ਕਿੰਗੁਰਾ ਹੋਣਾ ਹੈ। ਕੰਧ ਪੁਰਾਣੀ ਕੇਚਤ ਕਹਿਓ। ਕਈਆਂ ਨੇ ਕਿਹਾ ਕੰਧ ਪੁਰਾਣੀ ਹੈ, ਢਹਿ ਕਰਕੇ ਕੁਛ ਮਿੱਟੀ ਡਿੱਗੀ ਹੋਣੀ ਹੈ। ਦਵੈ ਕਟਕਾ ਲਗ ਸੋਰ ਮਚਾਏ। 2 ਘੜੀਆਂ ਤੱਕ ਬਹੁਤ ਸ਼ੋਰ ਸ਼ਰਾਬਾ ਹੁੰਦਾ ਰਿਹਾ ਕਿਲੇ ਅੰਦਰ। ਬਿਨ ਜਾਣੇ ਪੁਨ ਸਭ ਸੁਪਤਾਏ। ਔਰ ਬਿਨਾਂ ਜਾਣੇ ਤੋਂ ਹਕੀਕਤ ਦਾ ਪਤਾ ਨਹੀਂ ਲੱਗਿਆ ਕਿਉਂ ਇੰਨਾ ਭਿਆਨਕ ਸ਼ਬਦ ਹੋਇਆ, ਸ਼ੋਰ ਸ਼ਰਾਬਾ ਹੋਇਆ।
ਫਿਰ ਸਾਰੇ ਪਹਿਰੇਦਾਰ ਸੌਂ ਗਏ। ਰਹੇ ਪਾਹਰੂ ਬੋਲਤ ਕਨੇ, ਬਹੁਤ ਸਾਰੇ ਪਹਿਰੇਦਾਰ ਆਪਸ ਚ ਕਹਿੰਦੇ ਸੁਣਦੇ ਰਹੇ। ਸਾਹਜਹਾਂ ਕੀ ਚੌਕੀ ਸਨ, ਬਾਦਸ਼ਾਹ ਸ਼ਾਹਜਹਾਂ ਦੀ ਚੌਕੀਦਾਰ ਜਿੰਨੇ ਵੀ ਸਨ ਉਹ ਸਾਰੇ ਆਪਸ ਚ ਵਿਚਾਰਾਂ ਕਰ ਰਹੇ ਹਨ। ਵਿਧੀ ਚੰਦ ਬਹੁ ਦਾਵ ਵਿਚਾਰੇ, ਇੱਧਰ ਭਾਈ ਬਿਧੀ ਚੰਦ ਜੀ ਬਹੁਤ ਦਾਵ ਕਾਵ ਵਿਚਾਰਦੇ ਹਨ। ਨਿਕਸ ਨਸ ਕਹਿ ਤੁਰੰਗਮ ਦੁਆਰੇ, ਇਹ ਘੋੜਾ ਸੱਚੇ ਪਾਤਸ਼ਾਹ ਦਾ ਦਰਵਾਜ਼ੇ ਰਾਹੀਂ ਨਿਕਲ ਨਹੀਂ ਸਕਦਾ। ਦੁਰਗ ਕੰਧ ਕੋ ਫਾਂਦ ਹੈ ਜਬ, ਕਿਲੇ ਦੀ ਕੰਧ ਜਦੋਂ ਉਹ ਛਾਲ ਮਾਰ ਕਰਕੇ ਲੰਘ ਜਾਵੇ। ਪਰ ਹੈ ਵਿਚ ਰਾਵੀ ਕੇ ਤਬ, ਰਾਵੀ ਦਰਿਆ ਦੇ ਵਿੱਚ ਜਦੋਂ ਛਾਲ ਮਾਰ ਕੇ ਕੰਧ ਟੱਪ ਕਰਕੇ ਦਰਿਆ ਵਿੱਚ ਜਾ ਪਵੇ। ਤਹਾਂ ਸੰਭਾਰ ਚਲਹਿ ਜਬ ਘੋਰਾ, ਉੱਥੇ ਛਾਲ ਮਾਰ ਕੇ ਜਦੋਂ ਸੰਭਾਲ ਕੇ ਆਪਣੇ ਆਪ ਨੂੰ ਅੱਗੇ ਚੱਲ ਪਵੇ। ਲੈ ਪਹੁੰਚੋ ਸਤਿਗੁਰ ਕੀ ਓਰਾ, ਭਾਈ ਬਿਧੀ ਚੰਦ ਜੀ ਸੋਚ ਰਹੇ ਹਨ ਫਿਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਘੋੜੇ ਨੂੰ ਲੈ ਕੇ ਪਹੁੰਚ ਜਾਵਾਂ। ਇਸ ਬਿਨ ਅਪਰ ਉਪਾਏ ਨ ਕੋ, ਇਸ ਤੋਂ ਬਿਨਾ ਹੋਰ ਕੋਈ ਉਪਾਅ ਨਹੀਂ ਹੋ ਸਕਦਾ। ਬੜ ਤਕਰਾਈ ਸਭ ਥਲ ਜੋ, ਸਾਰੀਆਂ ਥਾਵਾਂ ਤੇ ਸਾਰੇ ਦਰਵਾਜ਼ਿਆਂ ਤੇ ਬਹੁਤ ਚੌਕਸੀ ਹੈ, ਤਕੜਾਈ ਹੈ। ਲਾਖੋ ਸੈਨਾ ਅੰਤਰ ਬਾਹਰ, ਅੰਦਰ ਬਾਹਰ ਲੱਖਾਂ ਦੀ ਗਿਣਤੀ ਵਿੱਚ ਸੈਨਿਕ ਖਲੋਤੇ ਹਨ, ਸ਼ਸਤਰ ਧਾਰੀ ਪਹਿਰਾ ਦੇ ਰਹੇ ਹਨ। ਜੇ ਸੁਧ ਹੋਏ ਚੜੈ ਸਮ ਆਹਰ, ਜੇ ਸੁਧ ਹੋਏ ਚੜੈ ਸਮ ਆਹਰ, ਜੇ ਉਹਨਾਂ ਨੂੰ ਪਤਾ ਲੱਗ ਗਿਆ ਉਦਮੀ ਹੋ ਕਰਕੇ ਉਦਮ ਕਰਕੇ ਸਾਡੇ ਕੋਲ ਪਹੁੰਚ ਜਾਣਗੇ। ਜੇ ਤੁਰੰਗ ਕੀ ਪੀਠ ਰਹੂੰ ਮੈਂ, ਜੇ ਘੋੜੇ ਦੇ ਪਿੱਠ ਤੇ ਜੇ ਅਸਵਾਰ ਹੋ ਗਿਆ, ਢਿਗ ਢੂਕਨ ਨਹ ਦਿਉ ਕਿਸੂ ਮੈਂ, ਕਿਸੇ ਨੂੰ ਮੈਂ ਆਪਦੇ ਕੋਲ ਢੁਕਣ ਨਹੀਂ ਦਿਆਂਗਾ। ਕੰਧ ਆਦ ਤੇ ਹੈ ਨਾ ਰੁਕ ਹੈ ਜੇ ਕੰਧ ਤੋਂ ਆਦ ਜੇ ਘੋੜਾ ਨਾ ਰੁਕਿਆ, ਗੋ ਦਵੈ ਮਾਥ ਪਹੁੰਚ ਸਕਹਿ ਜੇ, ਕਿਹੜਾ ਦੋ ਸਿਰਾਂ ਵਾਲਾ ਜੰਮਿਆ ਹੈ ਜੋ ਮੇਰੇ ਤੱਕ ਪਹੁੰਚ ਸਕੇ, ਫੜ ਲਵੇ। ਜੇ ਘੋੜੇ ਨੇ ਵੀ ਸਾਥ ਦਿੱਤਾ, ਕੰਧ ਟੱਪ ਕਰਕੇ ਛਾਲ ਮਾਰੀ ਔਰ ਅੱਗੇ ਤੁਰ ਪਿਆ, ਫਿਰ ਕੋਈ ਦੋ ਸਿਰਾਂ ਵਾਲਾ ਐਸਾ ਨਹੀਂ ਜੰਮਿਆ ਜੋ ਫੜ ਲਵੇ। ਸਤਿਗੁਰ ਹੋਏ ਹੈ ਆਪ ਸਹਾਈ, ਕਿਉਂਕਿ ਸਤਿਗੁਰੂ ਮਹਾਰਾਜ ਆਪ ਸਹਾਇਕ ਹੋ ਰਹੇ ਹਨ। ਸੰਸੈ ਕਰਨ ਨਾ ਮੋਹਿ ਬਨਿਆਈ, ਗੁਰੂ ਸਾਹਿਬ ਜੀ ਦੇ ਉੱਪਰ ਸ਼ੰਕਾ ਕਰਨਾ ਮੈਨੂੰ ਬਣ ਨਹੀਂ ਆਉਂਦਾ। ਥੋੜੇ ਦਿਨ ਮਹਿ ਮੈਂ ਢਿਗ ਹੋਵਾ, ਥੋੜੇ ਦਿਨਾਂ ਵਿੱਚ ਘੋੜੇ ਦੇ ਸਹਿਤ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਵਾਂਗਾ। ਅੰਤਰ ਬਹਿਰ ਭੇਬ ਸਭ ਜੋਵਾ, ਭਾਈ ਬਿਧੀ ਚੰਦ ਜੀ ਨੇ ਅੰਦਰ ਬਾਹਰ ਦਾ ਸਾਰਾ ਭੇਦ ਜਾਣ ਲਿਆ। ਆਪੈ ਬਨਤ ਜਾਤ ਸਭ ਕਾਰਜ, ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਸਾਰੇ ਕਾਰਜ ਆਪਣੇ ਆਪ ਬਣੀ ਜਾਂਦੇ ਹਨ। ਗੁਰੂ ਭਰੋਸਾ ਤਜਹਿ ਨ ਆਰਜ, ਜਿਹੜੇ ਸ੍ਰੇਸ਼ਟ ਪੁਰਸ਼ ਹਨ ਗੁਰੂ ਦਾ ਭਰੋਸਾ ਕਦੇ ਛੱਡਦੇ ਨਹੀਂ ਹਨ। ਨਿਤ ਪ੍ਰਤ ਏਵ ਵਿਚਾਰਤ ਦਾਵ, ਭਾਈ ਬਿਧੀ ਚੰਦ ਜੀ ਨਿਤਾ ਪ੍ਰਤੀ ਇਸ ਤਰ੍ਹਾਂ ਦਾਵ ਘਾਵ ਵਿਚਾਰਦੇ ਰਹਿੰਦੇ ਹਨ। ਗੁਰ ਟਿਗਲੇ ਪਹੁੰਚੋ ਚਿਤ ਚਾਵ, ਚਿੱਤ ਵਿੱਚ ਬੜਾ ਚਾਅ ਉਤਸ਼ਾਹ ਹੈ ਕਿ ਘੋੜੇ ਨੂੰ ਲੈ ਕਰਕੇ ਗੁਰੂ ਸਾਹਿਬ ਜੀ ਦੇ ਪਾਸ ਛੇਤੀ ਤੋਂ ਛੇਤੀ ਪਹੁੰਚ ਜਾਵਾਂ। ਇੱਕ ਦਿਨ ਸਾਹੋ ਜਹਾਂ ਚਲ ਆਇਓ, ਇੱਕ ਦਿਨ ਸ਼ਾਹਜਹਾਂ ਬਾਦਸ਼ਾਹ ਚੱਲ ਕੇ ਆਇਆ। ਦਮਕਤ ਦੇਹ ਤੁਰੰਗ ਦਰਸਾਇਓ, ਘੋੜਿਆਂ ਦੇ ਸਰੀਰ ਚਮਕਦੇ ਹੋਏ ਦੇਖੇ। ਕਰਤ ਕਸੇਰਾ ਸੇ ਵਿਖਰੂਵਾ, ਉਸ ਸਮੇਂ ਕਸੇਰਾ ਭਾਈ ਬਿਧੀ ਚੰਦ ਜੀ ਖਲੋ ਕਰਕੇ ਘੋੜੇ ਦੀ ਮਾਲਿਸ਼ ਕਰ ਰਹੇ ਸਨ। ਹਰਕਤ ਹਜਰਤ ਲੋਚਨ ਜੋਵਾ, ਔਰ ਘੋੜਿਆਂ ਦੀ ਚਮਕ ਦਮਕ ਦੇਖ ਕਰਕੇ ਬਾਦਸ਼ਾਹ ਸ਼ਾਹਜਹਾਂ ਬੜਾ ਪ੍ਰਸੰਨ ਹੋਇਆ। ਕਬ ਕੋ ਇਹੋ ਚਾਕੁਰ ਤੁਮ ਰੱਖਾ, ਸੌਦੇ ਖਾਂ ਦਰੋਗੇ ਨੂੰ ਪੁੱਛਿਆ ਕਿ ਨਵਾਂ ਚਾਕਰ ਕਦੋਂ ਦਾ ਰੱਖਿਆ ਹੈ। ਹਾਥਨ ਜੋਰ ਦਰੋਗੇ ਪਖਾ, ਸੌਦੇ ਖਾਂ ਦਰੋਗੇ ਨੇ ਹੱਥ ਜੋੜ ਕੇ ਇਉਂ ਕਹਿਆ, ਦਿਨ ਈਖਦ ਬੀਤੇ ਇਸ ਰਹੇ, ਇਸ ਚਾਕਰ ਦੇ ਰਹਿੰਦਿਆਂ ਕੁਝ ਦਿਨ ਹੀ ਬਤੀਤ ਹੋਏ ਹਨ। ਸੇਵਾ ਕਰਨ ਉਚਿਤ ਬਹੁ ਲਹੇ,
ਬਹੁਤ ਚੰਗੀ ਤਰ੍ਹਾਂ ਸੇਵਾ ਕਰਨ ਦੇ ਯੋਗ ਹੈ। ਮਧੁਰ ਬੋਲਨੋ ਭਲੋ ਸੁਭਾਉ, ਇਹਦਾ ਸੁਭਾਅ ਵੀ ਬਹੁਤ ਚੰਗਾ ਹੈ ਔਰ ਮਿੱਠ ਬੋਲੜਾ ਹੈ। ਟਹਿਲ ਹਯਨ ਕੀ ਮਹਿ ਚਿਤ ਚਾਉ, ਜੋ ਘੋੜਿਆਂ ਦੀ ਸੇਵਾ ਵਿੱਚ ਚਿੱਤੋਂ ਚਾਹ ਕਰਕੇ ਉਤਸ਼ਾਹ ਦੇ ਨਾਲ ਘੋੜਿਆਂ ਦੀ ਸੇਵਾ ਕਰਦਾ ਹੈ। ਜਬ ਕੋ ਰਾਖਿਓ ਦਿਖੈ ਸਵਾਏ, ਔਰ ਇਸੇ ਕਰਕੇ ਘੋੜਾ ਸਵਾਏ ਤੋਂ ਸਵਾਏ ਦਿਸਦੇ ਹਨ। ਮਾਲਸ ਕਰਤ ਪਹਿਰ ਹਥਵਾਏ, ਹੱਥ ਵਿੱਚ ਉਹ ਗੱਦੀ ਪਾ ਕਰਕੇ ਚੰਗੀ ਤਰ੍ਹਾਂ ਘੋੜਿਆਂ ਦੀ ਮਾਲਿਸ਼ ਕਰਦਾ ਹੈ। ਮੁਕਤਾ ਸਮਦਮ ਕਤ ਦੁਤ ਤਨ ਕੀ, ਔਰ ਮੋਤੀ ਦੇ ਸਮਾਨ ਘੋੜਿਆਂ ਦੇ ਸਰੀਰ ਚਮਕਦੇ ਹਨ। ਅਸ ਦੀਪਤ ਇਨ ਕੀਨ ਹਯਨ ਕੀ, ਐਸੀ ਚਮਕ ਦਮਕ ਘੋੜਿਆਂ ਦੀ ਇਸ ਕਸੇਰੇ ਨੇ ਕੀਤੀ ਹੈ। ਸਾਚੇ ਪਾਤਸ਼ਾਹ ਕੇ ਕੋਰੇ, ਇਹ ਕਹਿੰਦਾ ਕਿ ਸੱਚੇ ਪਾਤਸ਼ਾਹ ਦੇ ਘੋੜੇ ਹਨ। ਕਹਿ ਬਹੁ ਬਾਰ ਨਮੂ ਕਰ ਜੋਰੇ, ਇਉਂ ਕਹਿ ਕੇ ਬਾਰੰਬਾਰ ਘੋੜਿਆਂ ਨੂੰ ਨਮਸਕਾਰ ਕਰਦਾ ਹੈ। ਭਾਈ ਵਿਧੀ ਚੰਦ ਦਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸੱਚਾ ਪਾਤਸ਼ਾਹ ਕਹਿੰਦਾ ਹੈ, ਪਰ ਦਰੋਗਾ ਤੋਂ ਆਦ ਸਾਰੇ ਸਮਝਦੇ ਹਨ ਕਿ ਸੱਚੇ ਪਾਤਸ਼ਾਹ ਸ਼ਾਹਜਹਾਂ ਨੂੰ ਕਹਿ ਰਿਹਾ ਹੈ ਕਿ ਸੱਚੇ ਪਾਤਸ਼ਾਹ ਦੇ ਘੋੜੇ ਹਨ। ਬਾਰੰਬਾਰ ਨਮਸਕਾਰ ਕਰਦਾ ਹੈ। ਇਸ ਕੋ ਰੁਖ ਬੋ ਕਰਹਿ ਤੁਰੰਗ, ਤੇ ਘੋੜੇ ਵੀ ਇਸ ਕਸੇਰੇ ਵੱਲ ਬਹੁਤਾ ਰੁਖ ਕਰਦੇ ਹਨ। ਮਿਲਿਓ ਰਹਿ ਸੰਗ ਜਨ ਅੰਗ, ਔਰ ਇਹ ਅੰਗ ਸੰਗ ਮਿਲਿਆ ਰਹਿੰਦਾ ਘੋੜਿਆਂ ਦੇ ਨਾਲ। ਸਾਹੁ ਬਦਨ ਵਿਧੀਏ ਕੋ ਦੇਖਾ, ਔਰ ਬਾਦਸ਼ਾਹ ਸ਼ਾਹਜਹਾਂ ਨੇ ਭਾਈ ਵਿਧੀ ਚੰਦ ਦੇ ਚਿਹਰੇ ਵੱਲ ਦੇਖਿਆ। ਪਰਖਿਓ ਇਹੋ ਮਤ ਚਤੁਰ ਵਿਸੇਖਾ, ਪ੍ਰਸੰਨ ਹੋ ਕੇ ਕਹਿਣ ਲੱਗਿਆ ਕਿ ਬਹੁਤ ਚਤੁਰ ਸਿਆਣਾ ਹੈ। ਕਹਿਓ ਚਪਲ ਹੀ ਦ੍ਰਿਸ਼ਟੀ ਪਰ, ਇਹ ਤਾਂ ਬਹੁਤ ਹੀ ਚੰਚਲ ਔਰ ਚਲਾਕ ਦਿਸ ਪੈਂਦਾ ਹੈ। ਰਾਖੋ ਸਾਦਰ ਸੇਵਾ ਕਰ, ਔਰ ਇਸ ਨੂੰ ਚੰਗੀ ਤਰ੍ਹਾਂ ਰੱਖੋ ਘੋੜਿਆਂ ਦੀ ਸੇਵਾ ਵਾਸਤੇ, ਔਰ ਸਾਦਰ ਪੂਰਵਕ ਘੋੜਿਆਂ ਦੀ ਸੇਵਾ ਕਰੇ। ਭਾ ਪ੍ਰਸਾਨ ਤਨ ਤੁਰੰਗ ਨਿਹਾਰੋ, ਔਰ ਘੋੜਿਆਂ ਦੇ ਸਰੀਰ ਨੂੰ ਦੇਖ ਕਰਕੇ ਬਾਦਸ਼ਾਹ ਸ਼ਾਹਜਹਾਂ ਬੜਾ ਪ੍ਰਸੰਨ ਹੋਇਆ। ਕਰੀ ਬਖਸ਼ ਤਬ 1000, ਉਸ ਵੇਲੇ ਸ਼ਾਹਜਹਾਂ ਨੇ 1000 ਰੁਪਈਆ ਭਾਈ ਵਿਧੀ ਚੰਦ ਜੀ ਨੂੰ ਦੇਣਾ ਕੀਤਾ। ਸਾਹੋ ਜਹਾਨ ਨਿਜ ਸਦਨ ਸਿਦਾਰਾ, 1000 ਦੇ ਕਰਕੇ ਬਾਦਸ਼ਾਹ ਆਪਣੇ ਮਹਿਲ ਨੂੰ ਚਲਾ ਗਿਆ। ਤਬ ਹੈ ਕਸੇਰੇ ਤਾਹੇ ਉਚਾਰਾ, ਉਸ ਵੇਲੇ ਕਸੇਰੇ ਭਾਈ ਵਿਧੀ ਚੰਦ ਜੀ ਨੇ ਇਉਂ ਕਹਿਆ, ਸੁਨਹੁ ਦਰੋਗਾ ਦਰਬ ਹਜ਼ਾਰੇ, ਇਹ ਦਰੋਗਾ ਜੀ ਸੁਣੋ, ਮੈਨੂੰ ਜੋ 1000 ਰੁਪਈਆ ਮਿਲਿਆ ਹੈ, ਮੈਂ ਰਾਖਿਓ ਸਭ ਨਿਕਟ ਤੁਮਾਰੇ, ਮੈਂ ਸਾਰੇ ਪੈਸੇ ਤੁਹਾਡੇ ਪਾਸ ਰੱਖਦਾ ਹਾਂ। ਅਪਰ ਚਾਕਰੀ ਕੋ ਧਨ ਜੋਏ, ਹੋਰ ਚਾਕਰੀ ਦੇ ਜੋ ਵੀ ਪੈਸੇ ਹਨ, ਜੋ ਵੀ ਦਰਮਾਹਾ ਹੈ, ਉਹ ਸਭ ਤੁਹਾਡੇ ਪਾਸ ਹਨ। ਜਾਹੋ ਸੰਭਾਰ ਤੇ ਆਪੇ ਸੋਏ, ਤੁਸੀਂ ਮੇਰੇ ਧਨ ਨੂੰ ਸਾਂਭ ਕੇ ਰੱਖਿਓ। ਜਿਸ ਦਿਨ ਮੋਕੋ ਬਨ ਹੈ ਲੈਣਾ, ਜਿਸ ਦਿਨ ਮੈਨੂੰ ਧਨ ਲੈਣਾ ਬਣੇਗਾ, ਜਿਤਕ ਚਾਹੋ ਤਬ ਕੀਜੈ ਦੇਣਾ, ਜਿਤਨੇ ਮੈਂ ਮੰਗਾਂਗਾ ਉਤਨੇ ਦੇਣਾ ਕਰਿਓ। ਮੋਕੋ ਕੁਛ ਕਿਰਤ ਘਨ ਨਹਿ ਜਾਣੋ, ਇਹ ਦਰੋਗਾ ਜੀ ਮੈਨੂੰ ਕੁਝ ਅਕਿਰਤ ਕਣ ਨਾ ਜਾਣੋ। ਰਾਵਰ ਕੋ ਉਪਕਾਰ ਪਛਾਨੋ, ਮੈਂ ਤੁਹਾਡਾ ਬਹੁਤ ਵੱਡਾ ਉਪਕਾਰ ਪਛਾਣਦਾ ਹਾਂ। ਤਨ ਮਨ ਧਨ ਤੇ ਹੋ ਅਨੁਸਾਰੀ, ਤਨ ਮਨ ਧਨ ਕਰਕੇ ਮੈਂ ਤੁਹਾਡੇ ਅਨੁਸਾਰੀ ਹਾਂ। ਆਨ ਸਮੀਪੀ ਲਗੇ ਤੁਮਾਰੀ, ਆਣ ਕਰਕੇ ਤੁਹਾਡੀ ਮਿਹਰਬਾਨੀ ਸਦਕਾ ਮੈਂ ਇੱਥੇ ਸੇਵਾ ਵਿੱਚ ਲੱਗਿਆ ਹਾਂ। ਸੁਨ ਮਿਰਧੂ ਬਾਕ ਦਰੋਗਾ ਹਰਖਿਓ, ਭਾਈ ਵਿਧੀ ਚੰਦ ਜੀ ਪਾਸੋਂ ਸੁਣ ਕੇ ਸੋਧੇ ਖਾਂ ਦਰੋਗਾ ਬੜਾ ਪ੍ਰਸੰਨ ਹੋਇਆ। ਲੋਭੀ ਹੋਏ ਅਲੋਭੀ ਪਰਖਿਓ, ਮਨ ਵਿੱਚ ਦਰੋਗਾ ਸੋਚਦਾ ਮੈਂ ਤਾਂ ਸਮਝਿਆ ਕਿ ਧਨ ਦਾ ਲਾਲਚੀ ਹੋਵੇਗਾ, ਪਰ ਇਹ ਤਾਂ ਸੰਤੋਖੀ ਨਿਕਲਿਆ, ਨਿਰਲੋਭੀ ਨਿਕਲਿਆ। ਲੈ ਤਨ ਕੋ ਨਿਜ ਸਦਨ ਪਠਾਇਓ, ਉਹ ਧਨ ਲੈ ਕਰਕੇ ਅਮਾਨਤ ਭਾਈ ਵਿਧੀ ਚੰਦ ਜੀ ਦੀ
ਉਸ ਦਰੋਗਾ ਸੌਦੇ ਖਾਂ ਆਪਣੇ ਘਰ ਚਲਾ ਗਿਆ। ਵਿਦਿਏ ਪਰ ਭਰੋਸ ਬਹੁ ਪਾਇਓ। ਭਾਈ ਬਿਧੀ ਚੰਦ ਜੀ ਦੇ ਉੱਪਰ ਬਹੁਤ ਭਰੋਸਾ ਕੀਤਾ। ਗਨ ਦਾਸਨ ਤੇ ਆਛੋ ਠਾਨਾ। ਸਾਰੇ ਸੇਵਕਾਂ ਤੋਂ ਇਹਨਾਂ ਨੂੰ ਸ੍ਰੇਸ਼ਟ ਜਾਣਿਆ। ਸਭ ਅਨੁਸਾਰ ਕਰੇ ਹਿਤ ਮਾਨਾ। ਜਿਤਨੇ ਵੀ ਕਿਲੇ ਦੇ ਸੇਵਕ ਸਨ, ਚਾਕਰ ਸਨ, ਸਭ ਅਨੁਸਾਰੀ ਕਰ ਦਿੱਤੇ। ਭਾਈ ਬਿਧੀ ਚੰਦ ਜੀ ਦੇ ਅਧੀਨ ਕਰ ਦਿੱਤੇ। ਸਭ ਪਰ ਹੁਕਮ ਕਰਨ ਕੋ ਲਾਗਾ। ਭਾਈ ਬਿਧੀ ਚੰਦ ਜੀ ਸਾਰਿਆਂ ਦੇ ਉੱਪਰ ਹੁਕਮ ਕਰਨ ਲੱਗੇ। ਮਿਲਿਓ ਰਹਿ ਕਰ ਕਰ ਅਨੁਰਾਗਾ। ਬਹੁਤ ਪ੍ਰੇਮ ਕਰ ਕਰਕੇ ਸਾਰੇ ਸੇਵਕਾਂ ਦੇ ਨਾਲ ਮਿਲੇ ਰਹੇ। ਜਥਾ ਸਖਾਪਨ ਤਿਨ ਸਮ ਹੋਏ। ਜਿਵੇਂ ਦੋ ਗਹਿਰੇ ਮਿੱਤਰ ਹੋਣ, ਸੱਚੇ ਮਿੱਤਰ ਹੋਣ ਆਪਸ 'ਚ, ਇਸ ਤਰ੍ਹਾਂ ਰਹਿਣ ਲੱਗੇ। ਤਥਾ ਕਰੈ ਬੋਲਨ ਮਿਰਧੂ ਸੋਏ। ਬਹੁਤ ਕੋਮਲ ਮਿੱਠੇ ਬੋਲ ਬੋਲ ਕੇ ਸਾਰਿਆਂ ਨੂੰ ਰਿਝਾਉਂਦੇ ਹਨ ਭਾਈ ਬਿਧੀ ਚੰਦ ਜੀ। ਤਿਮਰ ਪਏ ਜੀਵਨ ਘਰ ਜਾਵੇ। ਔਰ ਰਾਤ ਪਈ ਤੇ ਭਾਈ ਬਿਧੀ ਚੰਦ ਜੀ ਭਾਈ ਜੀਵਨ ਜੀ ਦੇ ਘਰ ਜਾਂਦੇ ਹਨ। ਕਰਿਓ ਕਿਰਤ ਕੋ ਭੋਜਨ ਖਾਵੇ। ਭਾਈ ਜੀਵਨ ਜੀ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਕਿਰਤੀ ਸਿੱਖ ਸਨ। ਉਹਨਾਂ ਦੇ ਘਰੋਂ ਭੋਜਨ ਛਕਦੇ ਹਨ। ਸੁਪਤਹ ਆਨ ਹਯਨ ਕੇ ਪਾਸਾ। ਭੋਜਨ ਛਕ ਕਰਕੇ ਆ ਕਰਕੇ ਘੋੜਿਆਂ ਦੇ ਪਾਸ ਹੀ ਵਿਸਰਾਮ ਕਰਦੇ ਹਨ ਭਾਈ ਬਿਧੀ ਚੰਦ ਜੀ। ਛਿਨ ਛਿਨ ਕਰ ਤਿਹ ਦੇਹ ਦਿਲਾਸਾ। ਔਰ ਛਿਨ ਛਿਨ ਕਾਲ ਵੀ ਦਿਲਾਸਾ ਦਿੰਦੇ ਹਨ ਘੋੜਿਆਂ ਨੂੰ। ਘਰਾਣਾ ਬਿਲੋਚਨ ਪੋਛੈ ਚੀਰ। ਨੱਕ, ਮੂੰਹ, ਗਰਦਨ ਆਦਿਕ ਸਾਰੇ ਅੰਗਾਂ ਨੂੰ ਚੰਗੀ ਤਰ੍ਹਾਂ ਕੱਪੜੇ ਦੇ ਨਾਲ ਪੂੰਝਦੇ ਹਨ। ਕਰ ਕੋ ਫੇਰ ਹੈ ਸਰਬ ਸਰੀਰ। ਆਪਣਾ ਕੋਮਲ ਹੱਥ ਸਾਰੇ ਸਰੀਰ ਦੇ ਉੱਪਰ ਫੇਰਨਾ ਕਰਦੇ ਹਨ। ਸੁੰਭ ਗਾਮਚੀ ਧੁਮਚੀ ਚਾਰੂ। ਸੁੰਭ ਤੇ ਪੱਠੇ ਦੇ ਵਿਚਕਾਰਲਾ ਜੋ ਹਿੱਸਾ ਹੁੰਦਾ ਉਸ ਨੂੰ, ਔਰ ਪੂੰਛ ਆਦਿਕ ਸਰੀਰ ਦੇ ਉੱਪਰ, ਪਿੱਠ ਆਦਿਕ ਸਭ ਮਲਣਾ ਕਰਦੇ ਹਨ। ਬਾਰ ਬਾਰ ਕਰ ਧਾਰ ਸੁਧਾਰੂ। ਬਾਰੰਬਾਰ ਸਰੀਰ ਦੀ ਮਾਲਿਸ਼ ਕਰਕੇ, ਸੁਧਾਰ ਕੇ ਮਾਲਿਸ਼ ਕਰਦੇ ਹਨ। ਨਿਸਮੈ ਨਿੰਦਰਾ ਤਿਆਗਣ ਕੀਨ। ਔਰ ਰਾਤ ਨੂੰ ਨਿੰਦਰਾ ਤਿਆਗ ਦਿੱਤੀ। ਬਾਸੁਰ ਮੈਂ ਆਲਸ ਤਜ ਦੀਨ। ਔਰ ਦਿਨ ਵਿਖੇ ਦਿਨੇ ਵੀ ਆਲਸ ਤਿਆਗ ਦਿੱਤਾ। ਮਨ ਮੈਂ ਕਰਹਿ ਵਿਚਾਰਨ ਘਨੋ। ਮਨ ਵਿੱਚ ਬਹੁਤਾ ਹੀ ਵਿਚਾਰ ਕਰਦੇ ਹਨ। ਨੀਕੋ ਕਾਮ ਸਗਲ ਹੀ ਬਨੋ। ਔਰ ਗੁਰੂ ਸਾਹਿਬ ਜੀ ਦਾ ਕੰਮ ਉਹ ਆਪ ਹੀ ਬਣਾਈ ਜਾ ਰਹੇ ਹਨ। ਆਪਣੇ ਆਪ ਕੰਮ ਸਵਰਦਾ ਜਾਂਦਾ ਹੈ। ਬਿਨਾ ਜੀਨ ਹੋਏ ਨਾ ਅਸਵਾਰੀ। ਪਰ ਘੋੜੇ ਦੀ ਜੀਨ ਕਾਠੀ ਤੋਂ ਬਿਨਾ ਸਵਾਰੀ ਨਹੀਂ ਹੋ ਸਕਦੀ। ਕਿਸ ਥਲ ਅਹ ਨਾ ਤਿਹ ਸੁਧ ਸਾਰੀ। ਉਹ ਕਾਠੀ ਕਿੱਥੇ ਹੈ ਰੱਖੀ ਹੋਈ, ਕੋਈ ਖਬਰ ਨਹੀਂ ਮੈਨੂੰ। ਜਬ ਲੋ ਜੀਨ ਨਾ ਕਰਮ ਹੈ ਪਾਵੈ। ਜਿੰਨਾ ਚਿਰ ਘੋੜੇ ਦੀ ਕਾਠੀ ਮੈਂ ਆਪਣੇ ਹੱਥ ਵਿੱਚ ਹਾਸਿਲ ਨਾ ਕਰ ਲਵਾਂ, ਤਬ ਲੋ ਕਾਰਜ ਨਹਿ ਬਨ ਆਵੈ। ਉਹਨਾਂ ਚਿਰ ਇਹ ਕਾਰਜ ਘੋੜੇ ਲਿਜਾਣ ਦਾ ਕੰਮ ਬਣ ਨਹੀਂ ਸਕਦਾ। ਹਿਮ ਤਰ ਕਤ ਚਿਤ ਦਾਵ ਵਿਚਾਰਾ। ਕਿਉਂ ਮਨ ਵਿੱਚ ਤਰਕ ਕਰਦਿਆਂ ਬਹੁਤਾ ਹੀ ਵਿਚਾਰ ਕਰਦੇ ਹਨ। ਮਿਲੇ ਉਸ ਖਾ ਸਮਝਿ ਢਿਗ ਤਾਰਾ। ਔਰ ਜਿਸ ਦੇ ਪਾਸ ਜਿੰਦਰੇ ਦੀ ਚਾਬੀ ਸੀ, ਕੁੰਜੀ ਸੀ, ਜਿਸ ਦੇ ਅੰਦਰ ਉਹ ਕਾਠੀ ਰੱਖੀ ਹੋਈ ਸੀ, ਉਸ ਦੇ ਨਾਲ ਬਹੁਤ ਚੰਗੀ ਤਰ੍ਹਾਂ ਮਿੱਤਰਤਾਈ ਕਰਕੇ ਔਰ ਇਉਂ ਦਰਸਾਇਆ ਕਿ ਤੂੰ ਮੇਰਾ ਸਭ ਤੋਂ ਪਿਆਰਾ ਮਿੱਤਰ ਹੈ। ਕਹਿ ਕੈ ਮਿਰਧੂ ਬਾਕਨ ਅਪਨਾਇਓ। ਮਿੱਠੇ ਬੋਲ ਬੋਲ ਕਰਕੇ ਅਪਣਾ ਲਿਆ। ਹਾਸ ਬਿਲਾਸਨ ਕਰ ਹਰ ਖਾਇਓ। ਹਾਸ ਬਿਲਾਸ ਕਰਕੇ ਸਾਰਿਆਂ ਨੂੰ ਪ੍ਰਸੰਨ ਕੀਤਾ। ਮਿਲ ਸਭ ਸੋ ਕੈ ਬਾਤਨ ਭੂਰੀ। ਔਰ ਇਹ ਸਾਰੇ ਜਿਹੜੇ ਸੇਵਕ ਹਨ ਕਿਲੇ ਦੇ, ਔਰ ਭੋਲੀਆਂ ਗੱਲਾਂ ਸੁਣ ਕਰਕੇ ਹੱਸਦੇ ਹਨ। ਲਖ ਹੈ ਗਵਾਰ ਜਾਟ ਮਤ ਥੋਰੀ। ਸਾਰੇ ਕਿਲੇ ਦੇ ਤੁਰਕ ਸੇਵਕ ਜਿਹੜੇ ਹਨ ਭਾਈ ਬਿਧੀ ਚੰਦ ਜੀ ਨੂੰ ਗਵਾਰ ਜੱਟ ਮੰਨਦੇ ਹਨ, ਸਮਝਦੇ ਹਨ। ਸੁਣ ਸੁਣ ਹਸ ਹੈ ਬੋਧ ਉਪਜਾਵੇ। ਔਰ ਸੁਣ ਸੁਣ ਕੇ ਜਦੋਂ ਭਾਈ ਬਿਧੀ ਚੰਦ ਜੀ ਬੋਲਦੇ ਹਨ,
ਉਸ ਸਮੇਂ ਸਾਰੇ ਸੁਣ ਕੇ ਹੱਸਦੇ ਹਨ। ਲਾਗਿਓ ਸਭਿਨ ਪ੍ਰੇਰੀ ਦੇ ਰਿਝਾਵੈ। ਸਾਰਿਆਂ ਨੂੰ ਬਹੁਤ ਪਿਆਰਾ ਲੱਗਿਆ ਭਾਈ ਵਿਧੀ ਚੰਦ, ਔਰ ਸਾਰਿਆਂ ਨੂੰ ਮਿੱਠੇ ਬੋਲ ਬੋਲ ਕੇ ਰਿਝਾ ਲਿਆ। ਦੋਹਰਾ ਇੱਕ ਦਿਨ ਬੈਠਿਓ ਸਭਿਨ ਮਹਿ ਭਨਤ ਅਜਾਨ ਸਮਾਨ। ਭਾਈ ਵਿਧੀ ਚੰਦ ਜੀ ਇੱਕ ਦਿਨ ਸਾਰੇ ਸੇਵਕਾਂ ਵਿੱਚ ਬੈਠੇ ਸਨ, ਅਣਜਾਣ ਬਣ ਕੇ ਇਉਂ ਕਹਿਣ ਲੱਗੇ, ਘੋਰੇ ਸਚ ਪਾਤ ਸਹਾ ਕੇ ਬਲੀ ਚਲਾਕ ਮਹਾਨ। ਸੱਚੇ ਪਾਤਸ਼ਾਹ ਦੇ ਜੋ ਘੋੜੇ ਹਨ ਉਹ ਬੜੇ ਬਲੀ ਚੰਚਲ ਚਲਾਕ ਹਨ। ਚੌਪਈ ਹਜਰਤ ਹੀਰਨ ਹੇਤ ਰਖਾਏ। ਹਜ਼ਰਤ ਬਾਦਸ਼ਾਹ ਸ਼ਾਹਜਹਾਂ ਨੇ ਸਿਰਫ ਦੇਖਣ ਵਾਸਤੇ ਰਖਾਏ ਹਨ। ਜਿਨ ਦਰਸ਼ਨ ਤੇ ਉਰ ਉਰ ਖਾਏ। ਔਰ ਜਿਸ ਘੋੜੇ ਦੇ ਦਰਸ਼ਨ ਕਰਕੇ ਹਿਰਦੇ ਵਿੱਚ ਬੜਾ ਪ੍ਰਸੰਨ ਹੁੰਦਾ ਹੈ। ਅਸ ਬਿਦ ਰਹਿ ਇਸੀ ਥਲ ਖਰੇ। ਇਹ ਘੋੜੇ ਇਸੇ ਤਰ੍ਹਾਂ ਖੜੇ ਰਹਿੰਦੇ ਹਨ। ਕਿਦੋ ਜੀਨ ਪੀ ਡਾਰਨ ਕਰੇ। ਜਾਂ ਕਦੇ ਬਾਦਸ਼ਾਹ ਇਹਨਾਂ ਦੇ ਉੱਪਰ ਜੀਨ ਕਾਠੀਆਂ ਵੀ ਪਾਉਂਦਾ ਹੈ। ਸੁਣ ਇੱਕ ਬੋਲਿਓ ਭੈ ਮਤ ਪੂਰੇ। ਸੁਣ ਕੇ ਇੱਕ ਬੋਲਿਆ, ਹੇ ਭੋਲੇ ਮਤ ਵਾਲੇ, ਇਨਕੇ ਜੀਨ ਨਹੀਂ ਮੁੱਲ ਥੋਰੇ। ਔਰ ਇਨ੍ਹਾਂ ਘੋੜਿਆਂ ਦੀ ਜੋ ਕਾਠੀ ਹੈ, ਜੀਨ ਹੈ, ਉਹ ਕੁਝ ਸਾਧਾਰਨ ਨਹੀਂ ਹੈ, ਬਹੁਤ ਬੇਸ਼ਕੀਮਤੀ ਹਨ। ਜਬਰ ਜਵਾਹਰ ਜਾਹਰ ਜਰੇ। ਜਿਸ ਦੇ ਵਿੱਚ ਜਵਾਹਰਾਤ ਜੜੇ ਹੋਏ ਹਨ ਜ਼ਬਰਦਸਤ। ਚਾਮੀ ਕਰ ਮੈਂ ਦੀਪਤ ਖਰੇ। ਜੋ ਸੋਨੇ ਆਦਿਕ ਜੜੇ ਹੋਏ ਹਨ, ਜੜਤਕਾਰੀ ਕੀਤੀ ਹੋਈ ਹੈ, ਜੋ ਬਹੁਤ ਚਮਕਦੇ ਹਨ। ਮੁਕਤਾ ਕੋਰਦਾਰ ਬਰ ਹੀਰੇ। ਸ੍ਰੇਟ ਹੀਰਿਆਂ ਨੂੰ ਅਤੇ ਮੋਤੀਆਂ ਦੇ ਨਾਲ ਜੜਤਕਾਰੀ ਕੀਤੀ ਹੋਈ ਹੈ। ਕਾਰੀਗਰਨ ਚਕੋਰਨ ਚੀਰੇ। ਔਰ ਕਾਰੀਗਰਾਂ ਨੇ ਹੀਰਿਆਂ ਨੂੰ ਚੌਕੋਨਾ ਚੀਰ ਕਰਕੇ ਜੜਨਾ ਕੀਤਾ ਹੈ। ਤਿਨ ਕੀ ਪੰਕਤ ਸੋਬਤ ਐਸੀ। ਔਰ ਉਹਨਾਂ ਹੀਰਿਆਂ ਮੋਤੀਆਂ ਦੀ ਪੰਕਤੀ ਇਸ ਤਰ੍ਹਾਂ ਸ਼ੋਭਦੀ ਹੈ, ਦਿਪਤ ਗਗਨ ਮੈਂ ਤਾਰਨ ਜੈਸੀ। ਜਿਵੇਂ ਆਕਾਸ਼ ਵਿੱਚ ਤਾਰੇ ਸ਼ੋਭਦੇ ਹਨ। ਕਬ ਹੂੰ ਨਾ ਤੈਂ ਦੇਖਿਓ ਕਿਮ ਕੋਈ। ਔਰ ਕਿਸੇ ਨੇ ਅੱਜ ਤੱਕ ਕਿਸੇ ਤਰ੍ਹਾਂ ਕੋਈ ਵੀ ਦੇਖ ਨਹੀਂ ਸਕਿਆ। ਜੀਨ ਤੁਰੰਗਨ ਇਨ ਸਮਝੋਈ। ਔਰ ਘੋੜੇ ਦੀਆਂ ਕਾਠੀਆਂ ਜੀਨ ਆਦਿਕ ਕਿਸੇ ਦੀ ਪਹੁੰਚ ਨਹੀਂ ਜੋ ਦੇਖ ਸਕੇ। ਸਵਾ ਲੱਖ ਕੀਮਤ ਤਿਨ ਕੇਰੀ। ਉਹਨਾਂ ਜੀਨ ਕਾਠੀਆਂ ਦੇ ਇੱਕ ਜੀਨ ਕਾਠੀ ਦੀ ਕੀਮਤ 1.25 ਲੱਖ ਹੈ। ਤੁਮ ਸਮਾਨ ਕਬ ਹੋਏ ਨਹੇਰੀ। ਤੇਰੇ ਵਰਗਿਆਂ ਨੇ ਕਦੇ ਦੇਖਣਾ ਵੀ ਨਹੀਂ, ਕੋਈ ਦੇਖ ਨਹੀਂ ਸਕਦਾ। ਕੌਣ ਗਵਾਰਨ ਕੋ ਦਿਖਰਾਵੈ। ਇਹ ਗਵਾਰਾਂ ਨੂੰ ਕੌਣ ਦਿਖਾਵੇ। ਸਾਹੋ ਸਮੀਪ ਹੋਨ ਨਹਿ ਪਾਵੈ। ਬਾਦਸ਼ਾਹ ਦੇ ਨੇੜੇ ਤਾਂ ਕੋਈ ਹੋ ਨਹੀਂ ਸਕਦਾ ਤੇ ਕਾਠੀ ਕਿਵੇਂ ਦੇਖ ਸਕਦਾ ਹੈ। ਬਿਨਾ ਸਾਹੋ ਕੇ ਕੌਣ ਬਣਾਵੈ। ਬਾਦਸ਼ਾਹ ਤੋਂ ਬਿਨਾ ਐਸੀ ਜੀਨ ਕਾਠੀ ਕੌਣ ਬਣਵਾ ਸਕਦਾ ਹੈ। ਇਹ ਤੋ ਧਨ ਕੋ ਖਰਚ ਲਗਾਵੈ। ਇੰਨਾ ਧਨ ਖਰਚ ਕਰਕੇ ਜੀਨ ਕਾਠੀ ਜੜਤਕਾਰੀ ਵਾਲੀ ਕੌਣ ਬਣਵਾ ਸਕਦਾ ਹੈ। ਸੁਨ ਕਰ ਵਿਧੀ ਚੰਦ ਕਿ ਗਿਆਨੋ। ਇਹ ਸੁਣ ਕੇ ਭਾਈ ਵਿਧੀ ਚੰਦ ਜੀ ਤਰਲੇ ਕਰਨ ਲੱਗੇ, ਮੈਂ ਤੁਮ ਵਿਖੇ ਮਿਲਿਓ ਅਬ ਮਾਨੋ। ਮੈਂ ਤੁਹਾਡੇ ਨਾਲ ਮਿਲਿਆ ਹੋਇਆ ਹਾਂ, ਤੁਹਾਡਾ ਸਾਥੀ ਹਾਂ। ਸੱਚੇ ਪਾਤਸ਼ਾਹ ਹਯਨ ਕੋ ਦਾਸ। ਔਰ ਸੱਚੇ ਪਾਤਸ਼ਾਹ ਦੇ ਘੋੜਿਆਂ ਦਾ ਮੈਂ ਸੇਵਕ ਹਾਂ। ਨਿਸਬਾ ਸੁਰਬਾਸੂ ਤੁਮ ਪਾਸ। ਦਿਨ ਰਾਤ ਮੈਂ ਤੁਹਾਡੇ ਨਾਲ ਰਹਿੰਦਾ ਹਾਂ। ਅਸਮਨ ਸਾਪੀ ਹੋਏ ਨਾ ਪੂਰੀ। ਤੁਹਾਡੇ ਹੁੰਦਿਆਂ ਜੇ ਮੇਰੀ ਇੱਕ ਨਿੱਕੀ ਜੀ ਇੱਛਾ ਪੂਰੀ ਨਾ ਹੋ ਸਕੇ ਤੋ ਸਭ ਕਾਰ ਕਰਬ ਮੈਂ ਕੂਰੀ। ਆ ਮੇਰਾ ਸਾਰਾ ਕੰਮ ਕਾਰ ਕਰਨਾ ਝੂਠਾ ਹੋਵੇਗਾ। 5 ਕੇ 7 ਰਜਤ ਪਣ ਕੇਰੀ। 5 ਜਾਂ 7 ਰੁਪਈਆਂ ਦੀ ਕੀਮਤ ਇਤਕ ਵਸਤੂ ਹਮ ਹੇਰੀ। ਜਿਸ ਵਸਤੂ ਦੀ ਕੀਮਤ 5 ਜਾਂ 7 ਰੁਪਈਏ ਹੋਣ ਉਹ ਵਸਤੂ ਅਸਾਂ ਦੇਖੀ ਹੈ। 1.25 ਲੱਖ ਕੋ ਕਹਾਂ ਬਣਾਇਓ। 1.25 ਲੱਖ ਦੀ ਕਾਠੀ
ਵਿੱਚ ਕੀ ਜੜਿਆ ਹੈ, ਕੀ ਬਣਾਇਆ ਹੈ। ਸੁਨਤ ਹਿਰਦੈ ਮਮ ਅਚਰਜ ਆਇਓ। 1.25 ਲੱਖ ਦੀ ਕਾਠੀ ਸੁਣ ਕਰਕੇ ਮੈਨੂੰ ਹੈਰਾਨੀ ਹੋ ਰਹੀ ਹੈ। ਜੀਨ ਬਿਲੋਕਣ ਕੀ ਬਹੁ ਚਾਹੀ। ਔਰ ਜੀਨ ਕਾਠੀ ਦੇਖਣ ਦੀ ਬੜੀ ਚਾਹ ਹੈ, ਇੱਛਾ ਹੈ। ਇਹ ਸਵਾਲ ਮੇਰੋ ਤੁਮ ਪਾਹੀ। ਇਹੀ ਸਵਾਲ ਹੈ ਤੁਹਾਡੇ ਪਾਸ ਮੇਰਾ। ਸੱਚੇ ਪਾਤਸ਼ਾਹ ਦੇ ਘੋੜਿਆਂ ਦੀ ਜੀਨ ਕਾਠੀ ਮੈਂ ਦੇਖਣਾ ਚਾਹੁੰਦਾ ਹਾਂ। ਇੱਕ ਬੋਲਿਓ ਸੋ ਕੁਲ ਫਣ ਅੰਤਰ। ਇੱਕ ਬੋਲਿਆ ਕਿ ਜੰਦਰੇ ਦੇ ਅੰਦਰ ਕਾਠੀਆਂ ਪਈਆਂ ਹਨ। ਧਰਿਓ ਰਹਿ ਸੰਭਾਰ ਨਿਰੰਤਰ। ਨਿਰੰਤਰ ਇੱਕ ਰਾਤ ਦਿਨ ਰਾਤ ਸਾਂਭ ਕੇ ਉਹ ਕਾਠੀ ਰੱਖੀ ਜਾਂਦੀ ਹੈ। ਸਦਾ ਕਲੀਦ ਰਹਿ ਜਿਸ ਹੱਥ। ਔਰ ਕਲੀਬ ਉਹ ਇੱਕ ਦੇ ਪਾਸ ਜੋ ਰਖਵਾਲੀ ਕਰਨ ਵਾਲਾ ਉਹਦੇ ਪਾਸ ਚਾਬੀਆਂ ਰਹਿੰਦੀਆਂ ਹਨ। ਕਰ ਹੈ ਦਿਖਾਵਨ ਕੋ ਇਹ ਸਾਥ। ਇਸ਼ਾਰਾ ਕਰਕੇ ਦੱਸਿਆ, ਸਾਰੇ ਇਕੱਠੇ ਬੈਠੇ ਸਨ ਕਿ ਇਹਦੇ ਪਾਸ ਚਾਬੀਆਂ ਹਨ, ਇਹੀ ਸਾਰ ਸੰਭਾਲ ਕਰਦਾ ਹੈ, ਇਹੀ ਦਿਖਾ ਸਕਦਾ ਹੈ। ਸੁਨ ਕਰ ਕਹਿਓ ਕਲੀਦਨ ਬਾਰੇ। ਜੋ ਜਿਹਦੇ ਪਾਸ ਕੁੰਜੀਆਂ ਸਨ ਇਹ ਸੁਣ ਕੇ ਕਹਿਣ ਲੱਗਿਆ, ਹਮ ਤੋ ਸਦਾ ਖਾਨ ਅਨੁਸਾਰੇ। ਅਸੀਂ ਤਾਂ ਹਮੇਸ਼ਾ ਸੌਦੇ ਖਾਂ ਦਰੋਗੇ ਦੇ ਅਨੁਸਾਰੀ ਹਾਂ। ਬਿਨਾ ਦਰੋਗੇ ਬਾਕ ਉਚਾਰੇ। ਔਰ ਬਿਨਾ ਸੌਦੇ ਖਾਂ ਦਰੋਗੇ ਦੇ ਕਹਿਣ ਤੋਂ, ਉਸਦੀ ਪਰਮਿਸ਼ਨ ਤੋਂ ਬਿਨਾ ਜੀਨ ਨਿਕਾਸੈ ਕੋਨ ਵਿਚਾਰੇ। ਕੌਣ ਅਸੀਂ ਤਾਂ ਵਿਚਾਰੇ ਕੀ ਹਾਂ, ਕੌਣ ਕੱਢ ਸਕਦਾ ਹੈ ਉਹ ਕਾਠੀਆਂ ਔਰ ਜੀਨ ਕੱਢ ਕੇ ਕੌਣ ਦਿਖਾ ਸਕਦਾ ਉਹਦੀ ਆਗਿਆ ਤੋਂ ਬਿਨਾ। ਕਹਿ ਕਸੇਰਾ ਜੇ ਤਿਸ ਪਾਸ। ਕਸੇਰਾ ਭਾਈ ਵਿਧੀ ਚੰਦ ਜੀ ਉਸ ਤੇ ਤਾਈਓਂ ਕਹਿਣ ਲੱਗੇ, ਕੁਲਫ ਕੁਸਾਦ ਹੈ ਲੇਹ ਨਿਕਾਸ। ਔਰ ਜੇ ਕੁੰਜੀਆਂ ਹਨ ਤਾਂ ਜੰਦਰਾ ਖੋਲ ਕਰਕੇ ਕੱਢ ਕੇ ਦਿਖਾ ਦੇਵੋ। ਆਚੀਰਤ ਇਸੈ ਦਿਖਰਾਵੈ। ਔਰ ਚੰਗੀ ਤਰ੍ਹਾਂ ਇਸ ਨੂੰ ਦਿਖਾਉਣਾ ਕਰੋ। ਇੱਕ ਬਾਰ ਜੇ ਆਇਸ ਪਾਵੈ। ਜੇ ਮੈਂ ਦਰੋਗੇ ਦਾ ਇੱਕ ਵਾਰੀ ਹੁਕਮ ਪਾ ਲਵਾਂ, ਆਗਿਆ ਪਾ ਲਵਾਂ, ਖਾਨ ਤਰਾਸ ਕੋ ਜੇ ਨਹਿ ਧਰੈ। ਜੇ ਮੈਂ ਦਰੋਗੇ ਸੌਦੇ ਖਾਂ ਦਾ ਡਰ ਹਿਰਦੇ ਵਿੱਚ ਨਾ ਧਾਰਦਾ ਤੋ ਹਮ ਤੁਰਤ ਦਿਖਾਵਨ ਕਰੈ। ਤਾਂ ਮੈਂ ਹੁਣੇ ਹੀ ਤੈਨੂੰ ਦਿਖਾ ਦਿੰਦਾ। ਹਿਮ ਉਚਾਰ ਕਰ ਆਪਸ ਮਾਹੀ। ਇਉਂ ਉਚਾਰ ਕਰਕੇ ਆਪਸ ਵਿੱਚ ਖਾਨ ਕਹਾਵਨ ਤੇ ਸਭ ਚਾਹੀ। ਸਾਰੇ ਖਾਨ ਸੌਦੇ ਖਾਂ ਦਰੋਗੇ ਪਾਸੋਂ ਕਹਾਉਣਾ ਚਾਹੁੰਦੇ ਹਨ। ਇਤਨੇ ਬਿਖੈ ਦਰੋਗਾ ਆਇਓ। ਇੰਨੇ ਵਿੱਚ ਸੌਦੇ ਖਾਂ ਦਰੋਗਾ ਚੱਲ ਕੇ ਆ ਗਿਆ ਉਹਨਾਂ ਦੇ ਪਾਸ। ਸਭ ਮਿਲ ਹਾਸ ਬਿਲਾਸ ਰਚਾਇਓ। ਸਾਰੇ ਹਾਸ ਬਿਲਾਸ ਕਰ ਰਹੇ ਸਨ, ਗੱਲਬਾਤ ਕਰਦਿਆਂ ਸਾਰੇ ਹੱਸ ਰਹੇ ਸਨ। ਦੇਖਤ ਸੌਂਦੇ ਖਾਨ ਅਲਾਇਓ। ਸਭ ਨੂੰ ਹੱਸਦਿਆਂ ਦੇਖ ਕਰਕੇ ਸੌਦੇ ਖਾਂ ਦਰੋਗਾ ਕਹਿਣ ਲੱਗਿਆ, ਕਿਆ ਤੁਮ ਮਿਲ ਕੇ ਮਤਾ ਪਕਾਇਓ। ਤੁਸਾਂ ਸਾਰਿਆਂ ਨੇ ਮਿਲ ਕੇ ਕੀ ਮਤਾ ਪਕਾਇਆ ਹੈ। ਸੁਨਹੁ ਖਾਨ ਤੁਮ ਰਖਿਓ ਕਸੇਰਾ। ਸਾਰੇ ਕਹਿਣ ਲੱਗੇ, ਹੇ ਖਾਨ ਜੀ ਤੁਸਾਂ ਨੇ ਜਿਹੜਾ ਕਸੇਰਾ ਰੱਖਿਆ ਕਾਹੀ ਰੱਖਿਆ ਹੈ। ਭੂਰਾ ਬੜ ਸੁਭਾਵ ਕੋ ਹੇਰਾ। ਅਸਾਂ ਨੇ ਇਹਦਾ ਬਹੁਤ ਸੁਭਾਵ ਭੋਲਾ ਦੇਖਿਆ ਹੈ। ਅਨੇਕ ਬਾਰ ਤਾ ਐਸੀ ਕਹੈ। ਔਰ ਕਈ ਵਾਰ ਤਾਂ ਇਹ ਜੀ ਕਰਦਾ ਹੈਗਾ, ਇਹ ਜੀ ਗੱਲ ਕਰਦਾ ਹੈ। ਸਦਾ ਹਸਾਵਤ ਹੀ ਬਹੁ ਰਹੈ। ਸਦਾ ਹੀ ਗੱਲਾਂ ਕਰਕੇ, ਭੋਲੀਆਂ ਗੱਲਾਂ ਕਰਕੇ ਸਾਨੂੰ ਹਸਾਉਂਦਾ ਰਹਿੰਦਾ ਹੈ। ਅਬ ਹੀ ਹਟੇ ਹਾਸ ਬਹੁ ਕੀਨ। ਹੁਣੇ ਅਸੀਂ ਹੱਸਦੇ ਹੋਏ ਹਟੇ ਹਾਂ। ਕੀਮਤ 1.25 ਲੱਖ ਕਿਆ ਜੀਨ। ਇਹ ਕਹਿੰਦਾ ਕਿ ਜੀਨ ਦੀ ਕੀਮਤ 1.25 ਲੱਖ ਕਿਵੇਂ ਹੋ ਸਕਦੀ ਹੈ। 10-20 ਕੋ 100 ਲਗ ਜਾਵੇ। 10-20 ਰੁਪਈਏ ਜਾਂ 100 ਰੁਪਈਏ ਖਰਚ ਹੋ ਜਾਂਦੇ ਹੋਣਗੇ, ਜਾਂ 10-20 ਜਾਂ ਬਹੁਤ ਤੋਂ ਬਹੁਤ 100 ਰੁਪਈਏ ਲੱਗਦੇ ਹੋਣਗੇ। ਦਰਬ ਇਤੋ ਲਗ ਕਹਾਂ ਬਣਾਵੇ। ਇੰਨਾ ਧਨ 1.25 ਲੱਖ ਰੁਪਈਆ ਲਗਾ ਕੇ ਕੀ ਬਣਾਇਆ ਹੋਣਾ। ਸੁਨਤ ਕਸੇਰੇ ਬਾਕ ਬਖਾਨਾ। ਇਹ ਸੁਣ ਕੇ ਕਸੇਰਾ ਭਾਈ ਵਿਧੀ ਚੰਦ ਜੀ ਕਹਿਣ ਲੱਗੇ, ਮੈਂ ਸੁਨ ਮਨ ਮਹਿ ਭਇਓ ਹੈਰਾਨਾ। ਮੈਂ ਤਾਂ 1.25 ਲੱਖ ਕੀਮਤ ਸੁਣ ਕੇ ਬੜਾ ਹੈਰਾਨ ਹੋ ਰਿਹਾ ਹਾਂ। ਦੇਖਣ ਚਹਤ ਦਿਖਾਹੇ
न सोई। और मेरे मन की प्रबल इच्छा है और मेरी इच्छा पूरी करो, मैनू जीन काठी दिखाउणी करो। कहत रहो नह मानह कोई। बथेरा कहते रहे भाई विधि चंद जी, पर कोई नहीं मन्या। सकल आपको नाम बतावत। और सारे अपना अपना नाम दसदे हन। कहे तुम्हारे बिन ना दिखावत। और सारे थोड़ा नाम लेंदे हन कि सौदे खां दरोगे दे आग्या तो बिना मैं नहीं दिखा सकता, जिसके पास कुंजियां सन। सारे थोड़ा नाम ले रहे हैं। मोह को भी अबलाख महाना। और सानू भी वो जीन काठियां देखण दी अबलाखा है। जब लो पिखो न मान हिराना। और भाई विधि चंद जी कहन लगे मैनू भी दर्शन करन दी प्रबल इच्छा है, जिन्ना चिर मैं दर्शन नहीं कर लैंदा उन्ना चिर मैं हैरानगी मनदा रहांगा। सोंदे भनियो ईद जब आवे। सुन के दरोगे सौदे खां ने कहा जदों ईद दा दिन आवेगा तिस दिन जुगल हयन पर पावे। उस दिन दोने घोड़ियां दे ऊपर जीन काठियां पाइयां जाणगियां। लेहो बिलोक अजायब भारे। अजायब भारे अजायब जीन काठियां उस दिन देख लेना। जिनके सम कब हूं न निहारे। जिन्ना दे समान जीन काठियां अज तक किसे ने नहीं देखियां होणियां। सुनत कसेरे बाक प्रकाशा। ये सुन के कसेरे ने भाव विधि चंद जी ने कहा इस दम का को क्या परवासा। इस दम दा इस श्वास दा की भरोसा है, कहाँ विसासा इस भांडे का इतनक लागे ठन का। इस शरीर रूपी भांडे का की भरोसा है, थोड़ी जी ठोकर लगेगी इसने फुट जाना है। सो इस दम का की परवासा है। हम आदमी हाँ एक दमी, जिन्ना चਿਰ एक भी दम शरीर दे अंदर बाकी है उन्ना चਿਰ आदमी है। एक दम भी निकल जावे तो आदमी दम तो रहत निष्प्राण शरीर पिया रहता है। सो इस दम का की भरोसा है। घड़ी न लागे होए विनाशा। घड़ी भी नहीं लगती विनाश हो जाता है, निष्प्राण शरीर हो जाता है। निकसत आए के नह पुन श्वासा। और जो श्वास बाहर नू निकलिया मुड़ के आवेगा कि नहीं। मद के जापे साहो आवे के ना आवे राम। जो श्वास बाहर निकलिया मुड़ के अंदर आवेगा कि नहीं, इस गल की भी कोई गारंटी नहीं है। गुर इतिहास भी साखी आउंदी है। जगत गुरु श्री गुरु नानक देव जी महाराज ने एक बारी हास विलास करदियां भाई मरदाने नूं पुछया, मरदानिया दस तैनूं मौत किन्नी नेड़े दिसदी है। महाराज अज हैगे आ कल दी खबर नहीं। भाई बाले नूं पुछया, बालिया तूं दस मौत किन्नी नेड़े दिसदी है तैनूं। महाराज हुण हैगे आ पल दी खबर नहीं। भाई मरदाने ने कहा अज हैगे आ कल दी खबर नहीं। भाई बाला जी ने कहा हुण हैगे आ पल दी खबर नहीं। फिर दोहां ने पूछा महाराज तुसी दसो, सानू तां पुछ लिया, तुसी दसो थानू मौत किन्नी नेड़े दिसदी है। गुरु साहिब जी ने कहा कि सानू तां इन्नी नेड़े मौत दिसदी है कि मत के जापे साहो आवे के ना आवे राम। शरीर चों श्वास बाहर निकले हैं मुड़ के अंदर आउणगे कि नहीं, यदी भी गारंटी नहीं है। एक क्षण का भी भरोसा नहीं है। कीन तारीफ जीन की सब हूँ। सारिया ने जीन काठी दी तारीफ की बहुत ही। मोहेरी दा सुन बिस्मयो तब हूँ। ये सुन के सारिया दा हिरदा हैरान होया, खास करके भाई विधि चंद जी बड़े हैरान होए। चैन न पर है बिलो के बिना। बिना दर्शन कीते मैनू शांति नहीं आवेगी। 1.25 लाख तन अचरज सुना। और 1.25 लाख जीन दी कीमत है। ये सुन के मैं बड़ा हैरान हो रहा हाँ। तुमरे निकट सदीव रहाऊं। थोड़े नेड़े दिन रात रहंदा हाँ। अस पी नहीं काम ना पाऊं। थोड़े हुंदियां ऐसी मेरी कामना पूर्ण ना होवे। या ते आए सदी जह खान। हे खान जी तां ते आज्ञा देना करो जिदे पास पूंजी है।
ਜੋ ਰਖਵਾਲੀ ਕਰਦਾ ਜੀਨ ਕਾਠੀਆਂ ਦੀ। ਤੁਸੀਂ ਆਗਿਆ ਦਿਓ, ਤੁਹਾਡੀ ਆਗਿਆ ਤੋਂ ਬਿਨਾ ਮੈਨੂੰ ਦਿਖਾ ਨਹੀਂ ਸਕਦਾ। ਜਿਸ ਤੇ ਜੀਨ ਦਿਖਾਵਹਿ ਆਨ, ਤੁਸੀਂ ਆਗਿਆ ਦਿਓ ਹੇ ਖਾਨ ਜੀ, ਤਾਂ ਕਿ ਤੁਹਾਡੀ ਆਗਿਆ ਲੈ ਕਰਕੇ ਜੀਨ ਕਾਠੀਆਂ ਦੇ ਦਰਸ਼ਨ ਕਰਾ ਦੇਵੇ। ਦੇਖ ਦਰੋਗੇ ਅਸ ਅਬਲਖਾ, ਭਾਈ ਵਿਧੀ ਚੰਦ ਜੀ ਦੀ ਐਸੀ ਪ੍ਰਬਲ ਇੱਛਾ ਦੇਖ ਕਰਕੇ ਖਰੋ ਕਲੀ ਦਵਾਰ ਤੇ ਭਾਖਾ। ਜੋ ਕੋਲ ਹੀ ਕੁੰਜੀਆਂ ਵਾਲਾ ਸੇਵਕ ਖਲੋਤਾ ਸੀ, ਉਸ ਨੂੰ ਕਹਿਣ ਲੱਗਿਆ, ਜੀਨ ਨਿਕਾਸ ਦੇਹੋ ਦਿਖਰਾਏ, ਜੀਨ ਕਾਠੀਆਂ ਕੱਢ ਕੇ ਦਿਖਾ ਦਿਓ ਕਸੇਰੇ ਨੂੰ। ਹਿਰਦੇ ਕਸੇਰਾ ਜੇ ਹਰ ਖਾਏ, ਦੇਖ ਕਰਕੇ ਕਸੇਰਾ ਹਿਰਦੇ ਵਿੱਚ ਬੜਾ ਪ੍ਰਸੰਨ ਹੋਵੇ, ਕਿਉਂਕਿ ਪ੍ਰਬਲ ਇੱਛਾ ਹੈ, ਇਸ ਦੀ ਇੱਛਾ ਪੂਰੀ ਕਰੋ। ਤਿਸੀ ਰੀਤ ਸਭ ਫੇਰ ਸੰਭਾਰੋ, ਉसी ਪ੍ਰਕਾਰ ਫਿਰ ਚੰਗੀ ਤਰ੍ਹਾਂ ਸਾਂਭ ਕੇ ਅੰਦਰ ਰੱਖ ਦੇਣਾ। ਅੰਤਰ ਧਰ ਤਾਰੋ ਤੈ ਮਾਰੋ, ਅੰਦਰ ਰੱਖ ਕਰਕੇ ਬਾਹਰੋਂ ਜਿੰਦਰਾ ਮਾਰ ਦੇਣਾ। ਲੈ ਆਇਸ ਕੋ ਲਾਏ ਕਲੀਦ, ਔਰ ਆਗਿਆ ਪਾ ਕੇ ਸੌਂਦੇ ਖਾਂ ਦਰੋਗੇ ਦੀ ਆਗਿਆ ਪਾ ਕਰਕੇ ਜੋ ਕਲੀਦ ਸੀ, ਜਿਹਦੇ ਕੋਲ ਕੁੰਜੀਆਂ ਸਨ, ਕੁਲਪ ਖੋਲ ਕਰ ਲਖੀ ਤਗੀਦ, ਔਰ ਬੜੀ ਸਾਵਧਾਨੀ ਦੇ ਨਾਲ ਜੰਦਰਾ ਖੋਲ ਕਰਕੇ ਅੰਤਰ ਹੋਏ ਪ੍ਰਵੇਸ਼ ਲੈ ਆਇਓ। ਕੋਠੜੀ ਦੇ ਅੰਦਰ ਪ੍ਰਵੇਸ਼ ਹੋਇਆ ਜੰਦਰਾ ਖੋਲ ਕੇ। ਆਨ ਬਹਿਰ ਤਰ ਬੈਠ ਖੁਲਾਇਓ, ਜੀਨ ਕਾਠੀਆਂ ਜੋ ਬਹੁਤ ਕੀਮਤੀ ਵਸਤਰ ਵਿੱਚ ਲਪੇਟ ਕੇ ਰੱਖੀਆਂ ਸਨ, ਬਾਹਰ ਲਿਆ ਕੇ ਦਿਖਾਉਣੀਆਂ ਕੀਤੀਆਂ। ਜਬ ਵਸਤਰਨ ਤੇ ਵਹਿਰ ਨਿਕਾਰਾ, ਜਦੋਂ ਵਸਤਰਾਂ ਚੋਂ ਜੀਨ ਕਾਠੀਆਂ ਕੱਢੀਆਂ, ਜਰੇ ਜਵਾਹਰ ਦਮਕ ਉਦਾਰਾ, ਹੀਰੇ ਜਵਾਹਰਾਤ ਜੜੇ ਹੋਏ, ਜਿਸ ਦੀ ਚਮਕ ਬਹੁਤ ਹੈ, ਜਗਮਗ ਜਗਮਗ ਕਰ ਰਹੀ ਹੈ ਚਮਕ। ਫੇਰ ਕਸੇਰੇ ਫੇਰ ਉਚਾਰੇ, ਦੇਖ ਕਰਕੇ ਕਸੇਰੇ ਭਾਈ ਵਿਧੀ ਚੰਦ ਜੀ ਨੇ ਫੇਰ ਕਹਿਣਾ ਕੀਤਾ, ਇਹ ਤੋਂ ਪਾਹਨ ਉਜਲ ਸਾਰੇ। ਜਿਹੜੇ ਮੋਤੀ ਅਤੇ ਹੀਰੇ ਜੜੇ ਹੋਏ ਸਨ, ਭਾਈ ਵਿਧੀ ਚੰਦ ਜੀ ਜਾਣ ਬੁੱਝ ਕੇ ਅਣਜਾਣ ਬਣ ਕੇ ਕਹਿਣ ਲੱਗੇ, ਇਹ ਤਾਂ ਪੱਥਰ ਹਨ ਸਾਰੇ, ਇਹ ਚਿੱਟੇ ਪੱਥਰ ਜੜੇ ਹੋਏ ਹਨ। ਹਮਰੇ ਜਬ ਜਵਾਰ ਪਕ ਜਾਏ, ਸਾਡੇ ਖੇਤਾਂ ਵਿੱਚ ਜਦੋਂ ਜਵਾਰ ਹੁੰਦੇ ਹਨ, ਇਨ ਮੁਕਤਾ ਸਮ ਕਹਿਤ ਚਬਾਏ, ਔਰ ਇਹਨਾਂ ਮੋਤੀਆਂ ਦੇ ਸਮਾਨ ਅਸੀਂ ਤਾਂ ਚੱਬ ਕੇ ਸਿੱਟ ਦਿੰਦੇ ਹਾਂ। ਮੈਂ ਜਾਣਤ ਕੁਛ ਆਛੋ ਹੋਏ, ਮੈਂ ਜਾਣਿਆ ਕਿ ਕੋਈ ਚੰਗੀ ਚੀਜ਼ ਹੋਵੇਗੀ। ਇਨ ਸਮ ਹਮ ਚਰਬਤ ਦੇਖੋਏ, ਔਰ ਇਸ ਮੋਤੀਆਂ ਜਿਨ੍ਹਾਂ ਨੂੰ ਤੁਸੀਂ ਮੋਤੀ ਅਤੇ ਹੀਰੇ ਕਹਿੰਦੇ ਹੋ, ਇਹ ਤਾਂ ਜਵਾਰ ਦੇ ਦਾਣੇ ਹਨ। ਇਹ ਜੇ ਦਾਣੇ ਤਾਂ ਅਸੀਂ ਚੱਬ ਕੇ ਸਿੱਟ ਦਿੰਦੇ ਹਾਂ। ਕਹਾਂ ਜਵਾਹਰ ਲਗ ਇਸ ਮਾਹੀ, ਕਿੱਥੇ ਜਵਾਹਰ ਰਾਤ ਇਹਦੇ ਵਿੱਚ ਜੜੇ ਹੋਏ ਹਨ। ਮੁਝ ਕੋ ਤੋ ਪਾਸਤ ਕੁਛ ਨਾਹੀ, ਮੈਨੂੰ ਤਾਂ ਕੁਝ ਭਾਸਦਾ ਹੀ ਨਹੀਂ, ਕੁਝ ਦਿਸਦਾ ਹੀ ਨਹੀਂ, ਇਹ ਤਾਂ ਪੱਥਰ ਹਨ। 1.25 ਲੱਖ ਤਨ ਕਹਾਂ ਲਗਾਇਓ, 1.25 ਲੱਖ ਰੁਪਈਆ ਤੁਸੀਂ ਕਾਹਦੇ ਤੇ ਲਗਾਇਆ ਹੈ। ਉਜਲ ਪਾਹਨ ਬਹੁ ਖਚਵਾਇਓ, ਇਹ ਚਿੱਟੇ ਪੱਥਰ ਤੁਸੀਂ ਕਾਹਦੇ ਵਾਸਤੇ ਜੜਤਕਾਰੀ ਕਰਵਾਏ ਹਨ, ਕਿਉਂ ਜੜਵਾਏ ਹਨ। ਕੈ ਜੁਵਾਰ ਸਮਦਾਨੇ ਪੋਏ, ਜਾਂ ਇਹ ਤਾਂ ਜਵਾਰ ਦੇ ਦਾਣੇ ਵਾਂਗ ਪਰੋਤੇ ਹੋਏ ਹਨ। ਗੁੱਛੇ ਲਰਕਤ ਹੈ ਗਣ ਜੋਏ, ਬਹੁਤ ਸਾਰੇ ਜਵਾਰ ਦੇ ਦਾਣੇ ਵਾਂਗ ਗੁੱਛੇ ਲਟਕ ਰਹੇ ਹਨ। ਸੁਣਤ ਹਸੇ ਸਭ ਕਹਿ ਮਤ ਭੋਰੇ, ਸੁਣ ਕੇ ਸਾਰੇ ਹੱਸ ਪਏ, ਕਹਿਣ ਲੱਗੇ ਬੁੱਧੀ ਦਾ ਬਹੁਤ ਭੋਲਾ ਹੈ। ਹੀਰੇ ਚਾਰੂ ਚੀਰ ਚਕੋਰੇ, ਚੌਕੋਰ ਚੀਰ ਕਰਕੇ ਹੀਰੇ ਜੋ ਬੇਸ ਕੀਮਤੀ ਹਨ ਉਹ ਜੜੇ ਹੋਏ ਹਨ, ਤੂੰ ਹੀਰਿਆਂ ਨੂੰ ਪੱਥਰ ਕਹਿ ਰਿਹਾ ਹੈ। ਕਈ ਹਜ਼ਾਰਨ ਖਰਚੇ ਪਾਵੈ, ਕਈ ਹਜ਼ਾਰਾਂ ਰੁਪਈਏ ਖਰਚਣ ਤੋਂ ਬਾਅਦ ਇਹ ਜੀ ਜੀਨ ਬਣਦੀ ਹੈ। ਜਿਸ ਕੋ ਤੂੰ ਪਾਹਨ ਵਰਤਾਵੈ, ਜਿਸ ਨੂੰ ਤੂੰ ਪਾਹਣ ਪੱਥਰ ਕਹਿੰਦਾ ਹੈ ਕਿ ਪੱਥਰ ਜੜੇ ਹੋਏ ਹਨ, ਹੀਰੇ ਮੋਤੀ ਜੜੇ ਹੋਏ ਹਨ, ਤੂੰ ਇਹਨਾਂ ਨੂੰ ਪੱਥਰ ਕਹਿ ਰਿਹਾ ਹੈ। ਲਿਏ ਨਾ ਦੀਏ ਕਹਾਂ ਤੂੰ ਜਾਣ ਹੈ, ਤੂੰ ਕਦੇ ਦਿੱਤਾ ਲਿਆ ਤਾਂ ਹੈ ਨਹੀਂ, ਤੂੰ ਕੀ ਜਾਣੇ। ਇਨ ਕੀ ਕੀਮਤ ਕਹਾਂ ਪਛਾਨ ਹੈ, ਇਹਨਾਂ ਦੀ ਕੀਮਤ ਤੂੰ ਕਿਵੇਂ ਜਾਣ ਸਕਦਾ ਹੈ।
ਕਦੇ ਲੈਣ ਦੇਣ ਕੀਤਾ ਨਹੀਂ, ਕੋਈ ਕਾਰ ਵਿਹਾਰ ਕੀਤਾ ਨਹੀਂ। ਐਸਾ ਹੁਣ ਕੇ ਹੋਤ ਸਮੀਪ, ਇਹ ਤਾਂ ਬਾਦਸ਼ਾਹਾਂ ਦੇ ਪਾਸ ਚੀਜ਼ਾਂ ਸ਼ੋਭਦੀਆਂ ਹਨ, ਨਹੀਂ ਮਵਸਰ ਅਪਰ ਮਹੀਪ। ਹੋਰ ਕਿਸੇ ਰਾਜੇ ਦੇ ਪਾਸ ਮੁਯੱਸਰ ਨਹੀਂ ਹੈ। ਇਹ ਫਾਰਸੀ ਦਾ ਲਫ਼ਜ਼ ਹੈ ਮੁਬੱਸਰ, ਇਹ ਜਾਂ ਮੁਯੱਸਰ। ਕਿਸੇ ਹੋਰ ਰਾਜੇ ਨੂੰ ਇਹ ਚੀਜ਼ਾਂ ਮੁਯੱਸਰ ਨਹੀਂ ਹੋ ਸਕਦੀਆਂ। ਨਿਜ ਕਰ ਲਾਏ ਕਸੇਰੇ ਹੇਰੇ, ਕਸੇਰੇ ਭਾਈ ਬਿਧੀ ਚੰਦ ਜੀ ਨੇ ਹੱਥ ਲਾ ਕੇ ਦੇਖਿਆ, ਕਹਿ ਨਾ ਮਿਰਧੁਲ ਕਠੋਰ ਕਨੇਰੇ। ਕਹਿਣ ਲੱਗੇ ਤੇ ਬਾਲੇ ਸਖਤ ਹਨ, ਇਹ ਕੋਮਲ ਨਹੀਂ ਹਨ। ਚੁਬੈ ਸਾਹੋ ਕੋ ਤਨ ਜਬ ਛੁਐ ਹੈ, ਜਦੋਂ ਬਾਦਸ਼ਾਹ ਸਵਾਰੀ ਕਰਦਾ ਹੋਵੇਗਾ, ਜੀਨ ਕਾਠੀ ਲਗਾ ਕਰਕੇ ਘੋੜੇ ਦੀ ਪਿੱਠ ਉੱਪਰ ਬੈਠਦਾ ਹੋਵੇਗਾ, ਤੇ ਇਹ ਪੱਥਰ ਜਿਹੜੇ ਚਿੱਟੇ ਪੱਥਰ ਹਨ ਚੁੱਭਦੇ ਹੋਣਗੇ। ਇਨ ਲਾਗੇ ਸੁਖ ਕਿਆ ਤਿਸ ਹਵੈ ਹੈ, ਔਰ ਇਨ੍ਹਾਂ ਚਿੱਟੇ ਪੱਥਰਾਂ ਦੇ ਜੜਵਾਉਣ ਦੇ ਨਾਲ ਬਾਦਸ਼ਾਹ ਨੂੰ ਕੀ ਸੁਖ ਮਿਲਦਾ ਹੋਵੇਗਾ। ਕਹਿ ਸੌਂਦਾ ਇਨ ਮਿਰਧੂ ਸੁਭ ਜਾਣੇ। ਔਰ ਸੌਦੇ ਖਾਨ ਦਰੋਗਾ ਆਖਣ ਲੱਗਿਆ, ਸਾਰੇ ਕੋਮਲ ਆਖਦੇ ਨੇ, ਤੂੰ ਸਖਤ ਕਠੋਰ ਕਿਵੇਂ ਕਹਿੰਦਾ ਹੈ। ਲੈ ਕਰ ਪਾਨ ਨਹੀਂ ਕੁਛ ਖਾਣੇ, ਔਰ ਇਹ ਹੱਥ ਵਿੱਚ ਲੈ ਕੇ ਕੁਝ ਖਾਣ ਵਾਲੀ ਵਸਤੂ ਨਹੀਂ ਹੈ। ਇਨ ਤੇ ਸੋਭਾ ਹੋਤ ਵਿਸਾਲਾ, ਇਨ੍ਹਾਂ ਹੀਰੇ ਮੋਤੀਆਂ ਤੋਂ ਬਹੁਤ ਭਾਰੀ ਸ਼ੋਭਾ ਹੁੰਦੀ ਹੈ। ਸੁੰਦਰ ਦੀਖਤ ਅਦਕ ਉਜਾਲਾ, ਜੋ ਸੁੰਦਰ ਔਰ ਬਹੁਤ ਚਿੱਟੇ ਇਹ ਦਿਸਦੇ ਹਨ, ਪ੍ਰਕਾਸ਼ਦੇ ਹਨ, ਸ਼ੋਭਦੇ ਹਨ। ਤੂੰ ਭੋਰਾ ਕੁਛ ਜਾਣੇ ਨਾਹੀ, ਤੂੰ ਭੋਰਾ ਹੈ, ਕੁਝ ਜਾਣਦਾ ਨਹੀਂ ਹੈ। ਨਹੀਂ ਨਿਹਾਰੇ ਆਗੇ ਕਾਹੀ, ਅੱਗੇ ਕਦੇ ਐਸੇ ਹੀਰੇ ਮੋਤੀ ਤੈਂ ਦੇਖੇ ਹੀ ਨਹੀਂ, ਇਸ ਕਰਕੇ ਇਨ੍ਹਾਂ ਹੀਰੇ ਮੋਤੀਆਂ ਨੂੰ ਤੂੰ ਪੱਥਰ ਕਹਿੰਦਾ ਹੈ। ਜੇ ਦੇਖੇ ਹੋਣ, ਇਸ ਦੀ ਕੀਮਤ ਦਾ ਪਤਾ ਹੋਵੇ, ਤਾਂ ਤੂੰ ਪੱਥਰ ਨਾ ਕਹਿੰਦਾ। ਵਸਤੂ ਅਪਰ ਜੇ ਪਾਏ ਨ ਕੋਏ, ਉਹ ਜੇ ਇਹ ਜੀ ਵਸਤੂ ਹੋਰ ਕੋਈ ਪਾ ਨਹੀਂ ਸਕਦਾ, ਸੋ ਸਾਹੁਨ ਟਿਕ ਉੱਤਮ ਹੋਏ। ਉਹ ਬਾਦਸ਼ਾਹਾਂ ਦੇ ਪਾਸ ਉੱਤਮ ਵਸਤੂ ਚਾਹੀਦੀ ਹੈ ਔਰ ਹੁੰਦੀ ਹੈ। ਜਿਹੜਾ ਚੱਕਰਵਰਤੀ ਸਮਰਾਟ ਹੋਵੇ, ਦੁਰਲਭ ਵਸਤੂਆਂ ਉਹਨਾਂ ਦੇ ਪਾਸ ਹੁੰਦੀਆਂ ਹਨ। ਸੁਨਤ ਕਸੇਰੇ ਬਾਕ ਉਚਾਰੇ, ਇਹ ਸੁਣ ਕੇ ਕਸੇਰੇ ਨੇ ਇਉਂ ਕਹਿਆ, ਹਮ ਸਮਝੇ ਤਨ ਪਾਏ ਹਜ਼ਾਰੇ। ਜੇ ਸਾਡੇ ਵਰਗੇ ਨੇ 1000 ਰੁਪਈਆ ਪ੍ਰਾਪਤ ਕਰ ਲਿਆ, ਸਭ ਬੈਲੋ ਠਾਨੈ ਗੁਜਰਾਨ। ਸਾਰੀ ਉਮਰ ਤੱਕ ਅਸੀਂ ਗੁਜ਼ਾਰਾ ਕਰਦੇ ਰਹਾਂਗੇ ਜੇ ਸਾਨੂੰ 1000 ਰੁਪਈਆ ਮਿਲ ਜਾਵੇ। ਨਿਜ ਅਰ ਸੁਤ ਕਰ ਵਿਆਹੋ ਮਹਾਨੇ, ਆਪਣੇ ਧੀਆਂ ਪੁੱਤਰਾਂ ਦਾ ਵਿਆਹ ਵੀ ਕਰ ਲਈਏ, ਘਰ ਦਾ ਸਾਰਾ ਕੰਮ ਕਰ ਲਈਏ, ਜੇ ਸਾਡੇ ਕੋਲ 1000 ਰੁਪਈਆ ਆ ਜਾਵੇ। ਇਹ ਤੋ ਦਰਬ ਜੇ ਬਾਦ ਲੁਟਾਵੇ, ਇਹ ਤਾਂ ਵਿਅਰਥ ਧਨ ਦਾ ਲੁਟਾਉਣਾ ਹੋਇਆ, ਜੋ 1.25 ਲੱਖ ਰੁਪਈਆ ਖਰਚ ਕਰਕੇ ਇਹ ਪੱਥਰ ਵਾਂਗ ਜੋ ਚਿੱਟੇ ਸਾਰੇ ਜੜਤਕਾਰੀ ਕਰਵਾਏ ਹਨ। ਸਾਡੇ ਵਾਸਤੇ ਤਾਂ 1000 ਰੁਪਈਆ ਕਾਫੀ ਹੈ। ਇਹੋ ਸਾਹਨ ਕੋ ਨਹੀਂ ਬਨ ਆਵੇ, ਔਰ ਬਾਦਸ਼ਾਹ ਨੂੰ ਇਉਂ ਬਣ ਨਹੀਂ ਆਉਂਦਾ। ਵਸਤਰ ਲਪੇਟੇ ਪ੍ਰਥਮ ਸਮਾਨਾ, ਔਰ ਪਹਿਲਾਂ ਵਾਂਗ ਉਹ ਜੀਨ ਕਾਠੀਆਂ ਵਸਤਰ ਵਿੱਚ ਲਪੇਟ ਕੇ ਭਲੇ ਸੰਭਾਰਿਓ ਸੌਂਦੇ ਖਾਨਾ। ਸੌਂਦੇ ਖਾਨ ਨੇ ਕਿਹਾ ਸੇਵਕ ਨੂੰ ਕਿ ਚੰਗੀ ਤਰ੍ਹਾਂ ਸਾਂਭ ਕਰਕੇ ਔਰ ਇਸ ਨੂੰ ਅੰਦਰ ਰੱਖ ਦਿਓ। ਹਾਥ ਕਸੇਰੇ ਕੇ ਉਚਵਾਏ, ਕਸੇਰੇ ਦੇ ਹੱਥ ਚੁਕਵਾ ਲਏ। ਗਏ ਸੰਗਲੇ ਅੰਤਰ ਥਾਏ। ਔਰ ਭਾਈ ਬਿਧੀ ਚੰਦ ਜੀ ਇਹੀ ਚਾਹੁੰਦੇ ਸਨ। ਭਾਈ ਬਿਧੀ ਚੰਦ ਨੂੰ ਕਿਹਾ ਕਿ ਚੁੱਕ ਕੇ ਅੰਦਰ ਲੈ ਚੱਲ। ਜੀਨ ਕਾਠੀਆਂ ਨੂੰ ਚੁੱਕ ਕੇ ਭਾਈ ਬਿਧੀ ਚੰਦ ਜੀ ਅੰਦਰ ਲੈ ਗਏ। ਆਛੀ ਰੀਤ ਸੰਭਾਰ ਤਰਾਇਓ, ਸੌਦੇ ਖਾਨ ਦਰੋਗੇ ਨੇ ਭਾਈ ਬਿਧੀ ਚੰਦ ਜੀ ਪਾਸੋਂ ਜੀਨ ਕਾਠੀਆਂ ਦੀ ਚੰਗੀ ਤਰ੍ਹਾਂ ਸੰਭਾਲ ਕਰਵਾਈ। ਵਿਦਿਏ ਦੇਖ ਭੇਵ ਸਭ ਪਾਇਓ, ਭਾਈ ਬਿਧੀ ਚੰਦ ਨੇ ਦੇਖ ਕੇ ਸਾਰਾ ਭੇਦ ਜਾਣ ਲਿਆ। ਇਤ ਉਤ ਪਿਖ ਕਰ ਬਾਹਰ ਆਵਾ, ਇੱਧਰ ਉੱਧਰ ਦੇਖ ਕਰਕੇ ਬਾਹਰ ਆ ਗਏ। ਕਰ ਕਲੀਦ ਜਿਸ ਕੁਲਫ ਲਗਾਵਾ, ਤਾਕੀਦ ਕਰਕੇ ਫਿਰ ਉਸ ਨੂੰ ਜਿਹਦੇ ਪਾਸ ਕੁੰਜੀ ਸੀ ਉਸ ਨੂੰ ਉਹਦੇ ਕੋਲੋਂ ਜੰਦਰਾ ਮਰਵਾਇਆ। ਸੌਂਦੇ ਖਾਨ ਗਇਓ ਨਿਜ ਕਾਜ, ਸੌਦੇ ਖਾਂ ਆਪਣੇ ਕੰਮ ਚਲਾ ਗਿਆ। ਜਾਨ ਲੀਨ ਮਨ ਸਕਲ ਸਮਾਜ, ਇੱਧਰ ਭਾਈ ਬਿਧੀ ਚੰਦ ਨੇ ਸਾਰਾ ਸਾਜੋ ਸਮਾਜ ਜਾਣ ਲਿਆ
ਕਿ ਕਿਸ ਕੋਠੜੀ ਦੇ ਅੰਦਰ ਕਾਠੀਆਂ ਰੱਖੀਆਂ ਜਾਂਦੀਆਂ ਹਨ। ਸੋ ਸਾਧ ਸੰਗਤ ਜੀ, ਇੱਥੇ ਕਥਾ ਵਿਰਾਮ 'ਤੇ ਆ ਗਈ। ਅਗਲੀ ਕਥਾ ਅਗਲੇ ਪ੍ਰਕਰਨ ਅੰਦਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮਾਂ ਸਮਾਪਤ ਹੈ। ਆਓ 2 ਮਿੰਟ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ ਉਪਰੰਤ ਸਮਾਪਤੀ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ। ਊਠਤ ਬੈਠਤ ਸੋਭਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਵਾਹਿਗੁਰੂ ਗੁਰਮੰਤਰ ਨੂੰ ਹਮੇਸ਼ਾ ਚੇਤੇ ਰੱਖਣਾ। ਸਵਾਸ ਬਾਹਰ ਜਾਂਦਿਆਂ, ਸਵਾਸ ਅੰਦਰ ਆਉਂਦਿਆਂ ਸਵਾਸ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ। ਸੋ ਆਓ ਰਲ ਮਿਲ ਕੇ ਆਪਾਂ ਜਾਪ ਕਰੀਏ। ਵਾਹਿਗੁਰੂ 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 ਹਰ ਹਰ ਨਾਮ ਜਪੰਤਿਆਂ ਕਛ ਨ ਕਹੈ ਜਮਕਾਲ। ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਹਾਥ ਕਸੇਰੇ ਕੇ ਉਚਵਾਏ ਗਏ ਸੰਗਲੇ ਅੰਤਰ ਥਾਏ। ਆਛੀ ਰੀਤ ਸੰਭਾਰ ਤਰਾਇਓ ਵਿਦਿਏ ਦੇਖ ਭੇਵ ਸਭ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।